ਕਾਜ ਸਵਾਰੇ। ਦੁਸਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਪੂਰਾ ਪ੍ਰਭ ਆਰਾਧੇ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸੁਖਾਉ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾ। ਹੋਵੈ ਸਿਫਤ ਖਸਮ ਨੂਰੇ ਅਰਸੋਂ ਕੁਰਸੋਂ, ਤੁਧ ਡਿਠੇ ਸੱਚੇ। ਮਲ ਜਨਮ ਜਨਮ ਦੀ ਕੱਟੀ ਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀ ਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਮਨ ਹਠ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹਠ ਭੇਖ ਕਰ ਭਰਮ ਦੇ, ਦੁਖ ਪਾਇਆ ਦੂਜਾ ਪਾਏ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ। ਗੁਰ ਸੇਵਾ ਤੇ ਮਨ ਨਿਰਮਲ ਹੋਵੈ, ਅਗਿਆਨ ਅੰਧੇਰਾ ਜਾਏ। ਨਾਮ ਰਤਨ ਘਰ ਚਾਨਣ ਪ੍ਰਗਟ ਹੋਆ, ਨਾਨਕ ਸਹਿਜ ਸੁਮਾਏ। ਮਨ ਹਠ ਕਿਨੈ ਨਾ ਪਾਇਓ, ਸਭ ਥੱਕ ਕਰਮ ਕਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਸੁਸ਼ੋਭਿਤ ਹੁੰਦਿਆਂ ਹੋਇਆਂ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਕੀਰਤਨ ਔਰ ਨਿਤਨੇਮ ਦੇ ਰੂਪ ਦੇ ਵਿੱਚ ਸਰਵਣ ਕੀਤੀ ਹੈ। ਮਿਲਿਆ ਸਮਾਂ ਮਿਲੇ ਸਵਾਸ ਸਫਲੇ ਬਣਾਏ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ, ਜੋ ਸਤਿਗੁਰੂ ਜੀ ਸ਼ਬਦ ਦਰ ਸ਼ਬਦ ਸਾਨੂੰ ਹਰ ਰੋਜ਼ ਅੰਮ੍ਰਿਤ ਵੇਲੇ ਬਖਸ਼ਿਸ਼ ਕਰਦੇ ਆਪਣੇ ਅੰਮ੍ਰਿਤ ਬਚਨਾਂ ਦੇ ਨਾਲ, ਤੇ ਇਸ ਨੂੰ ਸਰਵਣ ਕਰਨ ਵਾਸਤੇ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹੋ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ ਗੁਰੂ ਸ਼ਬਦ ਦੇ ਅੰਦਰ। ਸਤਿਗੁਰਾਂ ਦਾ ਉਪਦੇਸ਼ ਭਾਵਨਾ ਦੇ ਨਾਲ ਸਰਵਣ ਕਰਕੇ ਮਿਲਿਆ ਸਮਾਂ ਮਿਲੇ ਸਵਾਸ ਗੁਰੂ ਕਿਰਪਾ ਨਾਲ ਸਫਲੇ ਬਣਾਈਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ਼ਲੋਕ ਮਹਲਾ ਤੀਜਾ। ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਇਹ ਸ਼ਲੋਕ ਜੋ ਹੈ ਆਪਾਂ ਸਰਵਨ ਕਰਨ ਜਾ ਰਹੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਇਸ ਸ਼ਬਦ ਨੂੰ 593 ਅੰਗ ਦੇ ਉੱਪਰ ਬਖਸ਼ਿਸ਼ ਕੀਤਾ ਹੈ ਸਾਨੂੰ ਉਪਦੇਸ਼ ਦੇਣ ਵਾਸਤੇ। ਗੁਰੂ ਅਮਰਦਾਸ ਮਹਾਰਾਜ ਜੀ ਤੀਸਰੇ ਗੁਰੂ ਨੇ, ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਤੇ ਬੈਠਣ ਵਾਲੇ, ਉਹਨਾਂ ਨੇ ਇਹ ਸ਼ਬਦ ਸਾਨੂੰ ਬਖਸ਼ਿਆ ਹੈ। ਮਨ ਹਠ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਹਾਰਾਜ ਸਾਹਿਬ ਜੀ ਫਰਮਾਉਂਦੇ ਮਨ ਹਠ, ਮਨ ਦਾ ਹਠ ਕਰਕੇ, ਜਾਂ ਆਪਾਂ ਸਿੱਧਾ ਇਹ ਕਹਿ ਸਕਦੇ ਹਾਂ ਜਿੱਦ ਕਰਕੇ, ਵੀ ਮੇਰੀ ਇਹ ਜਿੱਦ ਹੈ ਵੀ ਮੈਂ ਇਸ ਜਿੱਦ ਦੇ ਨਾਲ ਪ੍ਰਮਾਤਮਾ ਪਾ ਲਵਾਂਗਾ। ਅਸੀਂ ਜਿੱਦ ਕਰਕੇ ਦੁਨੀਆ ਦੀ ਵਸਤੂ ਤੇ ਲੈ ਲੈਂਦੇ ਹਾਂ। ਬੱਚਾ ਮਾਂ-ਬਾਪ ਦੇ ਅੱਗੇ ਜਿੱਦ ਕਰਦਾ ਮੈਨੂੰ ਇਹ ਚੀਜ਼ ਚਾਹੀਦੀ ਹੈ। ਮਾਂ-ਬਾਪ ਭਾਵੇਂ ਸਮਰੱਥ ਨਹੀਂ ਹੈ ਚੀਜ਼ ਦੇਣ ਦੇ, ਪਰ ਫਿਰ ਵੀ ਜਿੱਦ ਦੇ ਅੱਗੇ ਝੁਕਣਾ ਪਵੇਗਾ। ਦੁਨੀਆ ਦੇ ਵਿੱਚ ਕੋਈ ਅਸੀਂ ਮਰਾਤਬਾ ਲੈਣਾ ਹੈ, ਕੋਈ ਵਸਤੂ ਲੈਣੀ ਹੈ, ਜਿੱਦ ਕਰ ਲੈਂਦੇ, ਹੱਠ ਕਰ ਲੈਂਦੇ ਵੀ ਲੈ ਕੇ ਹੀ ਛੱਡਾਂਗਾ। ਉਸ ਵਸਤੂ ਨੂੰ ਲੈਣ ਦਾ ਯਤਨ ਕਰੀਦਾ। ਪਰ ਪਰਮਾਤਮਾ ਨੂੰ ਜੇ ਤੂੰ ਇਹ ਗੱਲ ਕਵੇਂ ਨਾ ਵੀ ਮੈਂ ਜਿੱਦ ਕਰਕੇ ਮਨ ਦਾ ਹੱਠ ਕਰਕੇ ਲੈ ਲਵਾਂ, ਨਹੀਂ, ਪਰਮਾਤਮਾ ਨੂੰ ਮਨ ਦੇ ਹੱਠ ਨਾਲ ਨਹੀਂ ਖਰੀਦਿਆ ਜਾ ਸਕਦਾ, ਨਹੀਂ ਲਿਆ ਜਾ ਸਕਦਾ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਮਨ ਹੱਠ ਕਿਨੇ ਨਾ ਪਾਇਓ। ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ ਦੁਨੀਆ ਬਣੀ ਹੈ ਨਾ ਹੁਣ ਤੱਕ ਬੜੇ ਬੜੇ ਦੁਨੀਆ ਤੇ ਰਿਖੀ ਹੋਏ ਨੇ, ਮੁਨੀ ਹੋਏ ਨੇ, ਸਾਧੂ ਸੰਤ ਪੈਗੰਬਰ ਹੋਏ ਨੇ, ਜੰਗਲਾਂ ਵਿੱਚ ਨਿਵਾਸ ਕਰਨ ਵਾਲੇ ਵੀ ਹੋਏ ਨੇ, ਪਰ ਉਹਨਾਂ ਸਾਰਿਆਂ ਦੇ ਵਿੱਚੋਂ ਕੋਈ ਇਹੋ ਜਿਹਾ ਨਹੀਂ ਹੋਇਆ ਜਿਹਨੇ ਆਖਿਆ ਵੀ ਮੈਂ ਆਪਣੇ ਮਨ ਦੇ ਹੱਠ ਦੇ ਨਾਲ ਪਰਮਾਤਮਾ ਨੂੰ ਪਾ ਲਵਾਂਗਾ। ਨਹੀਂ ਪਾਇਆ ਗਿਆ ਕਿਸੇ ਤੋਂ। ਮਨ ਦੇ ਹੱਠ ਦੇ ਨਾਲ ਨਹੀਂ ਕਿਸੇ ਨੂੰ ਮਿਲਿਆ। ਕਿਵੇਂ ਮਿਲਿਆ? ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਜਦੋਂ ਤਰਸ ਆਉਂਦਾ ਨਾ ਪਰਮਾਤਮਾ, ਜਦੋਂ ਉਹਦੇ ਮਨ ਵਿੱਚ ਰਹਿਮ ਆਉਂਦਾ, ਉਦੋਂ ਪ੍ਰਾਪਤ ਹੁੰਦਾ। ਜੇ ਕੋਈ ਆਖੇ ਵੀ ਹੱਠ ਕਰਕੇ ਪਾਵਾਂਗਾ, ਹੱਠ ਕਰਕੇ ਨਹੀਂ ਮਿਲਦਾ। ਹੱਠ ਕਰਨ ਵਾਲਿਆਂ ਨੂੰ ਨਹੀਂ ਮਿਲਿਆ, ਮਿਲਿਆ ਉਹਨਾਂ ਨੂੰ ਜਿਨ੍ਹਾਂ ਤੇ ਉਹਨੂੰ ਤਰਸ ਆ ਗਿਆ। ਇੱਕ ਰਿਖੀ ਕਹਿੰਦੇ ਤਪ ਕਰਦਾ ਪਿਆ, ਬੜੇ ਲੰਮੇ ਸਮੇਂ ਤੋਂ ਤਪ ਕਰਦਾ ਪਿਆ। ਤਪ ਦੇ ਵਿੱਚ ਕਈ ਸਾਲ ਬਤੀਤ ਹੋ ਗਏ, ਕਈ ਮਹੀਨੇ ਲੰਘ ਗਏ। ਇੱਕ ਦਿਨ ਮਨ ਵਿੱਚ ਵਿਚਾਰ ਆ ਗਈ, ਮੈਂ ਪੁੱਛਾਂ ਤੇ ਸਹੀ ਮੈਨੂੰ ਸਮਾਂ ਕਿੰਨਾ ਲੱਗੇਗਾ। ਇੰਨਾ ਸਮਾਂ ਹੋ ਗਿਆ ਮੈਨੂੰ ਭੁੱਖੇ ਬੈਠਿਆ, ਮੈਨੂੰ ਪਿਆਸੇ ਬੈਠਿਆ। ਭੁੱਖ ਤੇ ਪਿਆਸ ਵੀ ਸਹਾਰੀ ਹੈ, ਠੰਡ ਤੇ ਗਰਮੀ ਵੀ ਸਹਾਰੀ ਹੈ, ਦੁੱਖ ਤੇ ਸੁੱਖ ਨੂੰ ਵੀ ਸਹਾਰਿਆ ਬੈਠਾ ਹੋਇਆ, ਪਰ ਪ੍ਰਾਪਤੀ ਨਹੀਂ ਹੋਈ। ਪੁੱਛ ਲਵਾਂ ਕਿੰਨਾ ਸਮਾਂ ਲੱਗੇਗਾ। ਹੱਠ ਕਰਕੇ ਬੈਠਾ ਨਾ, ਮੈਂ ਪ੍ਰਾਪਤ ਕਰਕੇ ਉੱਠਣਾ। ਕਹਿਣ ਲੱਗੇ ਨਾਰਦ ਜੀ ਜਾ ਰਹੇ। ਨਾਰਦ ਜੀ ਨੂੰ ਪੁੱਛਿਆ, ਕਹਿਣ ਲੱਗੇ ਤੁਸੀਂ ਰੋਜ਼ ਜਾਂਦੇ ਹੋ ਭਗਵਾਨ ਦੇ ਦਰਬਾਰ ਵਿੱਚ, ਉਹਨਾਂ ਨੂੰ ਪੁੱਛ ਕੇ ਇਹ ਗੱਲ ਤੇ ਦੱਸੋ ਵੀ ਸਮਾਂ ਕਿੰਨਾ ਲੱਗਣਾ, ਮੈਨੂੰ ਕਿੰਨਾ ਟਾਈਮ ਲੱਗਣਾ, ਕਿੰਨਾ ਸਮਾਂ ਹੋਰ ਲਾਵਾਂ ਮੈਨੂੰ ਪ੍ਰਾਪਤੀ ਹੋਵੇ। ਕਹਿਣ ਲੱਗੇ ਕੋਈ ਗੱਲ ਨਹੀਂ, ਪੁੱਛ ਕੇ ਦੱਸ ਦਿੰਦੇ। ਇੱਕ ਕੋਈ ਬੈਠਾ ਤਰਸ ਲੈ ਕੇ, ਰਹਿਮ ਲੈ ਕੇ, ਉਹ ਵੀ ਰੱਬ ਦੀ ਬੰਦਗੀ ਕਰਦਾ ਪਿਆ, ਪਰ ਉਹ ਕਰਦਾ ਪਿਆ ਭਾਵਨਾ ਦੇ ਨਾਲ। ਜਦੋਂ ਉਹ ਤੋਂ ਤਰਸ ਹੋਵੇਗਾ, ਜਦੋਂ ਤਰਸ ਕਰੇਗਾ ਮੈਨੂੰ ਮਿਲ ਜਾਏਗਾ। ਉਸਨੇ ਵੀ ਸਵਾਲ ਕੀਤਾ, ਕਹਿਣ ਲੱਗਾ ਮੈਨੂੰ ਕਿੰਨਾ ਸਮਾਂ ਲੱਗੇਗਾ। ਕਹਿਣ ਲੱਗੇ ਤੈਨੂੰ ਵੀ ਪੁੱਛ ਕੇ ਦੱਸ ਦਿੰਦੇ। ਜਦੋਂ ਭਗਵਾਨ ਜੀ ਨੂੰ ਜਾ ਕੇ ਪੁੱਛਿਆ ਤੇ ਉਹਨਾਂ ਨੇ ਜਵਾਬ ਦਿੱਤਾ। ਤੇ ਜਦੋਂ ਨਾਰਦ ਜੀ ਆਏ ਦੱਸਣ ਵਾਸਤੇ, ਉੱਤਰ ਦੇਣ ਵਾਸਤੇ, ਸੁਨੇਹਾ ਦੇਣ ਵਾਸਤੇ, ਉਹ ਜਿਹੜਾ ਹੱਠ ਕਰਕੇ ਬੈਠਾ ਸੀ ਨਾ, ਸਿੱਧ ਜੋਗੀ ਜਟਾਧਾਰੀ, ਬੜੇ ਲੰਮੇ ਸਮੇਂ ਤੋਂ ਮੈਂ ਭੁੱਖਾ ਵੀ ਰਹਿੰਦਾ, ਪਿਆਸਾ ਵੀ ਰਹਿੰਦਾ, ਮੈਂ ਗਰਮੀ ਤੇ ਸਰਦੀ ਨੂੰ ਸਹਾਰਦਾ, ਪਰ ਰੱਬ ਨੂੰ ਪਾ ਕੇ ਹੀ ਉੱਠਣਾ, ਉਹਨਾਂ ਚਿਰ ਮੈਂ ਉੱਠਣਾ ਹੀ ਨਹੀਂ। ਸਾਰਿਆਂ ਤੋਂ ਪਹਿਲਾਂ ਉਹਦੇ ਕੋਲ ਗਏ। ਜਦੋਂ ਨਾਰਦ ਜੀ ਨੂੰ ਆਇਆ ਵੇਖਿਆ ਤੇ ਉਹਨੇ ਪੁੱਛਿਆ, ਕਹਿਣ ਲੱਗਾ ਜੀ ਮੇਰੇ ਬਾਰੇ ਕੀ ਹੁਕਮ ਆਇਆ, ਕਿੰਨਾ ਸਮਾਂ ਲੱਗੇਗਾ। ਨਾਰਦ ਜੀ ਕਹਿਣ ਲੱਗੇ ਤੇਰੇ ਵਾਸਤੇ ਹੁਕਮ ਇਹ ਆਇਆ ਵੀ ਜਿਸ ਰੁੱਖ ਦੇ ਥੱਲੇ ਬੈਠਾ ਤੂੰ ਤਪ ਕਰਦਾ ਪਿਆ, ਜਿੰਨੇ ਇਹਦੇ ਪੱਤੇ ਨੇ ਇੰਨੇ ਜਨਮ ਤੈਨੂੰ ਲੈਣੇ ਪੈਣੇ, ਇੰਨੇ ਜਨਮ ਭਗਤੀ ਕਰ ਫਿਰ ਮਿਲੇਗਾ। ਜਦੋਂ ਇਹ ਗੱਲ ਸੁਣੀ ਉਸੇ ਵੇਲੇ ਸਭ ਕੁਝ ਛੱਡ ਕੇ ਤੁਰ ਗਿਆ। ਕਹਿਣ ਲੱਗਾ ਇੰਨਾ ਸਮਾਂ ਨਹੀਂ ਹੈ ਮੇਰੇ ਕੋਲ, ਜੇ ਉਹਨੇ ਨਹੀਂ ਮਿਲਣਾ ਤੇ ਕੋਈ ਗੱਲ ਨਹੀਂ, ਮੈਂ ਇੰਨਾ ਸਮਾਂ ਲਾ ਨਹੀਂ ਸਕਦਾ, ਇੰਨਾ ਸਮਾਂ ਬੈਠ ਨਹੀਂ ਸਕਦਾ।
ਤੇ ਜਿਹੜਾ ਉਹ ਭਾਵਨਾ ਵਾਲਾ ਬੈਠਾ ਸੀ ਨਾ, ਜਦੋਂ ਉਹਦੇ ਕੋਲ ਗਿਆ ਉਹਨੇ ਵੀ ਪੁੱਛ ਲਿਆ, ਕਹਿਣ ਲੱਗਾ ਜੀ ਕਿੰਨਾ ਸਮਾਂ ਲੱਗੇਗਾ? ਤੇ ਜਵਾਬ ਉਹਨੂੰ ਵੀ ਉਹੀ ਮਿਲਿਆ, ਕਹਿਣ ਲੱਗੇ ਵੀ ਜਿੰਨੇ ਰੁੱਖ ਦੇ ਪੱਤੇ ਨੇ ਇੰਨਾ ਸਮਾਂ ਬੰਦਗੀ ਕਰ, ਇੰਨੇ ਜਨਮ ਲਾ, ਫਿਰ ਪ੍ਰਾਪਤੀ ਹੈ। ਇੰਨੀ ਗੱਲ ਸੁਣ ਕੇ ਉਹ ਖੁਸ਼ੀ ਦੇ ਨਾਲ ਨੱਚਣ ਲੱਗ ਪਿਆ। ਪੁੱਛਿਆ ਤੂੰ ਨੱਚਦਾ ਕਿਉਂ ਹੈ, ਖੁਸ਼ ਕਿਉਂ ਹੋਇਆ? ਕਹਿਣ ਲੱਗਾ ਮੈਂ ਖੁਸ਼ ਇਸ ਵਾਸਤੇ ਹੋਇਆ ਵੀ ਮੈਂ ਕਿਸੇ ਨਾ ਕਿਸੇ ਗਿਣਤੀ ਵਿੱਚ ਆ ਗਿਆ, ਮੈਂ ਰੱਬ ਦੀ ਗਿਣਤੀ ਵਿੱਚ ਤੇ ਆ ਗਿਆ ਨਾ। ਗਿਣਤੀ ਵਿੱਚ ਆਇਆ ਤੇ ਤਾਂ ਹੀ ਉਹਨੇ ਕਿਹਾ ਨਾ ਵੀ ਇੰਨਾ ਸਮਾਂ ਲਾਵੇਂਗਾ ਤੇ ਪ੍ਰਾਪਤੀ ਹੈ। ਜਦੋਂ ਇੰਨੀ ਗੱਲ ਉਹਨੇ ਕਹੀ ਤੇ ਪਰਮਾਤਮਾ ਨੂੰ ਤਰਸ ਆ ਗਿਆ ਉਹਦੇ ਤੇ, ਵੀ ਇਹ ਕਿਹੋ ਜਿਹਾ ਭਗਤ ਭੋਲਾ ਹੈ। ਤਰਸ ਆਇਆ, ਉਸੇ ਵੇਲੇ ਪ੍ਰਾਪਤੀ ਹੋ ਗਈ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਤੂੰ ਇਹ ਗੱਲ ਕਵੇਂ ਨਾ ਵੀ ਮੈਂ ਮਨ ਦੇ ਹੱਠ ਦੇ ਨਾਲ ਉਹਨੂੰ ਪਾ ਲਵਾਂਗਾ, ਮਨ ਦੇ ਹੱਠ ਦੇ ਨਾਲ ਨਹੀਂ ਪਾਇਆ ਜਾਣਾ। ਜਦੋਂ ਪਾਇਆ ਜਾਣਾ, ਜਦੋਂ ਉਹਨੂੰ ਤਰਸ ਤੇਰੇ ਤੇ ਆਉਣਾ, ਤੇ ਤਰਸ ਲੈਣ ਵਾਸਤੇ ਜੋਦੜੀ ਕਰ, ਬੇਨਤੀ ਕਰ, ਤਰਲਾ ਕਰ, ਤਾਂ ਤਰਸ ਤੇਰੇ ਤੇ ਆਵੇਗਾ। ਮਹਾਰਾਜ ਫਰਮਾਉਂਦੇ ਮਨ ਹੱਠ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਤੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਦੁਨੀਆ ਤੇ ਆਏ, ਉਹਨਾਂ ਨੇ ਕਰਮ ਕਾਂਡ ਕੀਤੇ। ਕੋਈ ਰੁੱਖ ਦੇ ਨਾਲ ਪੁੱਠਾ ਲਟਕਿਆ ਹੋਇਆ, ਕੋਈ ਇੱਕ ਪੈਰ ਤੇ ਖਲੋਤਾ ਹੋਇਆ, ਕੋਈ ਪਾਣੀ ਵਿੱਚ ਖਲੋਤਾ ਹੋਇਆ, ਪਰ ਕਿਸੇ ਨੂੰ ਕਰਮ ਕਰਨ ਦੇ ਨਾਲ ਪ੍ਰਾਪਤੀ ਨਹੀਂ ਹੋਈ। ਸਾਰੇ ਖਾਲੀ ਇੱਥੋਂ ਚਲੇ ਗਏ ਹਨ। ਮਨਟ ਭੇ ਕਰ ਭਰਮ ਦੇ, ਦੁੱਖ ਪਾਇਆ ਦੂਜੇ ਭਾਏ। ਸਤਿਗੁਰੂ ਫਰਮਾਉਂਦੇ ਮਨ ਹਠੀਏ ਜਿਹੜੇ ਲੋਕ ਨੇ ਉਹ ਮਨ ਹੱਠ ਕਰਕੇ ਭਰਮਦੇ ਫਿਰਦੇ ਜਨਮਾਂ ਦੇ ਵਿੱਚ। ਕਦੇ ਕਿਸੇ ਜਨਮ ਦੇ ਵਿੱਚ ਆ ਜਾਂਦੇ, ਕਦੇ ਕਿਸੇ ਜਨਮ ਦੇ ਵਿੱਚ ਆ ਜਾਂਦੇ। ਮਨ ਦਾ ਹੱਠ ਕਰਨ ਵਾਲੇ ਕਈ ਜਨਮਾਂ ਦੇ ਵਿੱਚ ਆਉਂਦੇ ਪਏ, ਜਨਮ ਲੈ ਕੇ। ਇਕੱਲੇ ਜਨਮ ਲੈ ਕੇ ਨਹੀਂ, ਮਹਾਰਾਜ ਕਹਿਣ ਲੱਗੇ ਕਈ ਤਰ੍ਹਾਂ ਦਾ ਭੇਖ ਬਣਾਉਂਦੇ ਨੇ। ਕਦੇ ਜਟਾ ਰੱਖ ਲਈਆਂ, ਕਦੇ ਨਾਗੇ ਬਣ ਗਏ, ਕਦੇ ਲੰਗੋਟ ਬੰਨ੍ਹ ਲਿਆ, ਕਦੇ ਸੰਨਿਆਸੀ ਬਣ ਗਏ, ਕਦੇ ਬ੍ਰਹਮਚਾਰੀ ਬਣ ਗਏ। ਕਈਆਂ ਜਨਮਾਂ ਵਿੱਚ ਕਈ ਭੇਖ ਬਣਾਏ ਵੀ ਭੇਖ ਬਣਾ ਕੇ ਸ਼ਾਇਦ ਰੱਬ ਮਿਲ ਜਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ, ਭੇਖਾਂ ਦੇ ਨਾਲ ਵੀ ਮਿਲਣਾ ਨਹੀਂ। ਤੂੰ ਜਿੰਨਾ ਮਰਜ਼ੀ, ਕਬੀਰ ਸਾਹਿਬ ਜੀ ਕਹਿਣ ਲੱਗੇ ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮੁੜਾਏ। ਜੇ ਤੇਰੇ ਅੰਦਰ ਪ੍ਰੀਤ ਨਹੀਂ ਨਾ, ਅੰਦਰੋਂ ਪ੍ਰੇਮ ਨਹੀਂ ਨਾ, ਤੇ ਫਿਰ ਤੂੰ ਭਾਵੇਂ ਲੰਮੇ ਕੇਸ ਕਰ ਲਾ। ਲੰਮੇ ਕੇਸ ਕੀ ਹੈ? ਬੋੜ ਦਾ ਦੁੱਧ ਲਾ ਕੇ ਤੇ ਆਪਣੀਆਂ ਜਟਾਵਾਂ ਲੰਮੀਆਂ ਕਰ ਲੈਣੀਆਂ। ਲੰਮੀਆਂ ਜਟਾਵਾਂ ਕਰ ਲਾ, ਵੱਡਾ ਜੂੜਾ ਸਿਰ ਤੇ ਕਰ ਲਾ। ਮੈਂ ਤੇ ਸਿੱਧਾ ਲੰਮੀਆਂ ਜਟਾਵਾਂ ਕਰਨ ਦੇ ਨਾਲ ਵੀ ਤੈਨੂੰ ਉਹਨੇ ਇਹ ਭੇਖ ਬਣਾ ਕੇ ਵੀ ਮਿਲਣਾ ਨਹੀਂ। ਭਾਵੇਂ ਘਰ ਮੁੜਾਏ। ਘਰ ਮੁੜਾਏ ਤੋਂ ਭਾਵ ਹੁੰਦਾ ਜਿਹੜੇ ਜੈਨੀ ਲੋਕ ਨੇ ਨਾ, ਸਿਰ ਦੇ ਵਿੱਚ ਸਵਾਹ ਪਾ ਕੇ ਤੇ ਵਾਲਾਂ ਨੂੰ ਰਗੜ ਰਗੜ ਕੇ ਮੁੱਢੋਂ ਕੱਢ ਦਿੰਦੇ, ਦੁਬਾਰਾ ਵਾਲ ਨਹੀਂ ਉਗਦੇ। ਮਹਾਰਾਜ ਕਹਿਣ ਲੱਗੇ ਭਾਵੇਂ ਸਿਰ ਵਿੱਚ ਸਵਾਹ ਪਾ, ਵਾਲਾਂ ਨੂੰ ਰਗੜ ਕੇ ਮੁੱਢੋਂ ਭਾਵੇਂ ਕੱਢ ਦੇ, ਜੇ ਤੇਰੇ ਮਨ ਦੇ ਅੰਦਰ ਪ੍ਰੀਤੀ ਨਹੀਂ ਤੈਨੂੰ ਫਿਰ ਵੀ ਨਹੀਂ ਮਿਲਣਾ। ਲੰਮੀਆਂ ਜਟਾਵਾਂ ਵਾਲਿਆ, ਜੇ ਤੇਰੇ ਮਨ ਅੰਦਰ ਪ੍ਰੀਤੀ ਨਹੀਂ ਮਿਲਣਾ ਤੈਨੂੰ ਵੀ ਨਹੀਂ ਹੈ। ਚੰਗੀ ਤਰ੍ਹਾਂ ਮੁੱਢੋਂ ਵਾਲ ਪੱਟਣ ਵਾਲਿਆ ਵੀ ਦੁਬਾਰਾ ਨਾ ਉਗਣ, ਜੇ ਤੇਰੇ ਮਨ ਵਿੱਚ ਪ੍ਰੀਤੀ ਨਹੀਂ ਹੈ ਮਿਲਣਾ ਤੈਨੂੰ ਵੀ ਨਹੀਂ ਹੈ। ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮੁੜਾਏ, ਜੇ ਅੰਦਰ ਪ੍ਰੇਮ ਨਹੀਂ ਤੇ ਪ੍ਰਾਪਤੀ ਨਹੀਂ। ਸਤਿਗੁਰੂ ਕਹਿਣ ਲੱਗੇ ਮਨ ਹੱਠ ਭੇਖ ਕਰ ਭਰਮ ਦੇ। ਮਨ ਦੇ ਹਠੀਏ ਲੋਕ ਭੇਖ ਬਣਾ ਲੈਂਦੇ ਵੀ ਐਸ ਭੇਸ਼ ਵਿੱਚ ਰੱਬ ਮਿਲ ਜਾਏਗਾ। ਕੋਈ ਨੀਲੇ ਬਸਤਰ, ਕੋਈ ਚਿੱਟੇ ਬਸਤਰ, ਕੋਈ ਕਾਲੇ ਬਸਤਰ ਪਾਉਂਦਾ, ਕੋਈ ਭਗਵੇਂ ਪਾ ਲੈਂਦਾ, ਕੋਈ ਜਟਾ ਰੱਖ ਲੈਂਦਾ, ਕੋਈ ਬੋਧੀ ਰੱਖ ਲੈਂਦਾ, ਕੋਈ ਸੰਨਿਆਸੀ ਬਣ ਜਾਂਦਾ, ਕੋਈ ਬ੍ਰਹਮਚਾਰੀ ਬਣ ਜਾਂਦਾ। ਜਿੰਨੇ ਮਰਜ਼ੀ ਭੇਖ ਬਣਾ ਲਾ, ਭੇਖਾਂ ਦੇ ਨਾਲ ਉਹ ਮਿਲਦਾ ਨਹੀਂ। ਦੁੱਖ ਪਾਇਆ ਦੂਜਾ ਪਾਏ, ਸਗੋਂ ਦਵੈਤ ਵਿੱਚ ਪੈ ਕੇ, ਦਵੈਤ ਵਿੱਚ ਲਾ ਕੇ ਦੁੱਖ ਹੀ ਪ੍ਰਾਪਤ ਹੁੰਦਾ, ਸੁਖ ਨਹੀਂ ਮਿਲਦਾ ਹੈ। ਇਹ ਜਿਹੜੀਆਂ ਰਿਧੀਆਂ ਸਿੱਧੀਆਂ ਨੇ ਨਾ, ਇਹ ਛੋਟੀਆਂ ਛੋਟੀਆਂ ਦਾਤਾਂ ਨੇ ਪਰਮਾਤਮਾ ਦੀਆਂ। ਜਦੋਂ ਅਸੀਂ ਰੱਬ ਦੀ ਬੰਦਗੀ ਵਾਲੇ ਪਾਸੇ ਚੱਲਦੇ ਹਾਂ ਨਾ, ਉਦੋਂ ਫਿਰ ਪਰਮਾਤਮਾ ਸਾਡੀ ਪਰਖ ਕਰਦਾ ਵੀ ਇਹਦੀ ਪਰਖ ਕਰੀਏ ਕਿੰਨਾ ਕੁ ਪੱਕਾ ਤੇ ਕਿੰਨਾ ਕੁ ਕੱਚਾ। ਪਹਿਲਾਂ ਜਦੋਂ ਬੱਚਾ ਸਕੂਲ ਵਿੱਚ ਪੜ੍ਹਦਾ ਸੀ ਨਾ, ਉਹਦੇ ਪੱਕੇ ਪੇਪਰਾਂ ਤੋਂ ਪਹਿਲਾਂ 2 ਵਾਰੀ ਕੱਚੇ ਪੇਪਰ ਹੁੰਦੇ। ਉਹਦੀ ਪਰਖ ਕੀਤੀ ਜਾਂਦੀ ਵੀ ਇਹ ਕਿੰਨਾ ਕੁ ਪੜ੍ਹਿਆ, ਕਿੰਨਾ ਕੁ ਇਹਨੂੰ ਕੁਝ ਆਉਂਦਾ, ਸਾਲ ਵਿੱਚ ਕਿੰਨਾ ਕੁ ਇਹਨੇ ਗ੍ਰਹਿਣ ਕੀਤਾ। ਤੇ ਜਿਹੜਾ ਉਹਨਾਂ ਵਿੱਚੋਂ ਪਾਸ ਹੋ ਜਾਂਦਾ, ਫਿਰ ਉਹ ਸਾਰੇ ਇਮਤਿਹਾਨ ਵਿੱਚੋਂ ਪਾਸ ਹੋ ਜਾਂਦਾ। ਜਦੋਂ ਅਸੀਂ ਰੱਬ ਦੇ ਰਾਹ ਤੇ ਤੁਰਦੇ ਹਾਂ, ਰੱਬ ਦੀ ਬੰਦਗੀ ਵਾਲੇ ਪਾਸੇ ਤੁਰਦੇ ਹਾਂ ਨਾ, ਰੱਬ ਸਾਡੇ ਤੋਂ ਫਿਰ ਇਮਤਿਹਾਨ ਲੈਂਦਾ, ਪਰਖ ਕਰਦਾ
ਵੀ ਇਹਨੂੰ ਪਰਖੀਏ ਕਿੰਨਾ ਕੁ ਪੱਕਾ ਕਿੰਨਾ ਕੁ ਕੱਚਾ। ਫਿਰ ਉਹ ਸਾਨੂੰ ਰਿਧੀਆਂ ਦਿੰਦਾ, ਰਿਧੀਆਂ ਸਿੱਧੀਆਂ ਦਿੰਦਾ, ਪਦਾਰਥ ਦੇ ਦਿੰਦਾ, ਮਾਇਆ ਦੇ ਦਿੰਦਾ, ਐਸ਼ੋ ਆਰਾਮ ਦੇ ਦਿੰਦਾ, ਇੱਥੋਂ ਤੱਕ ਕਿ ਵਡਿਆਈ ਦੇ ਦਿੰਦਾ। ਦੁਨੀਆ ਦੇ ਲੋਕ ਅੱਗੇ ਪਿੱਛੇ ਜੈ ਜੈਕਾਰ ਕਰਦੇ, ਹੱਥਾਂ 'ਤੇ ਚੁੱਕੀ ਫਿਰਦੇ, ਸਿਰ 'ਤੇ ਬਿਠਾ ਲੈਂਦੇ। ਪਰਮਾਤਮਾ ਪਰਖ ਕਰਦਾ ਹੈ ਇਹ ਕਿੰਨਾ ਕੁ ਮੇਰੇ ਰਾਹ 'ਤੇ ਅੱਗੇ ਤੁਰਦਾ, ਇਹ ਕਿੱਥੇ ਕੁ ਜਾ ਕੇ ਖੜਦਾ, ਇਹਨੂੰ ਕਿਹੜੀ ਚੀਜ਼ ਦੀ ਭੁੱਖ ਹੈ। ਰਿਧੀਆਂ ਸਿੱਧੀਆਂ ਦੇ ਕੇ ਵੇਖਦਾ ਵੀ ਹਾਲੇ ਵੀ ਇਹ ਨਾਮ ਜਪਦਾ, ਵਡਿਆਈ ਦੇ ਕੇ ਵੇਖਦਾ ਹਾਲੇ ਵੀ ਇਹ ਨਾਮ ਜਪਦਾ, ਪਦਾਰਥ ਦੇ ਕੇ ਵੀ ਉਹ ਵੇਖਦਾ ਵੀ ਹਜੇ ਵੀ ਨਾਮ ਜਪਦਾ ਪਿਆ ਕਿ ਰੁਕ ਗਿਆ। ਪਰ ਜਿਹੜੇ ਦੁਨੀਆ ਦੇ ਲੋਕ ਨੇ ਉਹ ਰਿਧੀਆਂ ਸਿੱਧੀਆਂ ਵਿੱਚ ਭਰਮ ਜਾਂਦੇ, ਉੱਥੇ ਹੀ ਖੜ ਜਾਂਦੇ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਜਾਣਦੇ ਰਿੱਧ ਸਿੱਧ ਅਵਰਾ ਸਾਧ, ਇਹ ਹੋਰ ਸਵਾਦ ਹੈ ਰੱਬ ਦੀ ਪ੍ਰਾਪਤੀ ਦਾ ਨਹੀਂ। ਰਿਧੀਆਂ ਸਿੱਧੀਆਂ ਵਿੱਚ ਉਲਝ ਜਾਂਦੇ, ਉੱਥੇ ਹੀ ਬੈਠ ਜਾਂਦੇ, ਗਾਂਹ ਨਹੀਂ ਤੁਰਿਆ ਜਾਂਦਾ। ਕਹਿਣ ਲੱਗੇ ਇੱਕ ਜੋਗੀ ਬੈਠਾ ਸੜਕ ਦੇ ਕਿਨਾਰੇ, ਇਕੱਲਾ ਹੀ ਬੈਠਾ ਹੋਇਆ, ਇਕੱਲਾ ਬੈਠ ਕੇ ਹੱਸੀ ਜਾਂਦਾ, ਅੱਖਾਂ ਬੰਦ ਕੀਤੀਆਂ, ਤੇ ਕੋਲ ਦੀ ਇੱਕ ਮਹਾਤਮਾ ਲੰਘਦੇ ਪਏ ਸਨ। ਮਹਾਤਮਾ ਦੇ ਨਾਲ ਕੁਝ ਚੇਲੇ ਸਨ, ਬੜੀ ਬੰਦਗੀ ਵਾਲੇ, ਸਿਮਰਨ ਵਾਲੇ। ਜਦੋਂ ਉਹਨਾਂ ਵਿਦਿਆਰਥੀਆਂ ਨੇ ਵੇਖਿਆ ਵੀ ਜੋਗੀ ਇਕੱਲਾ ਬੈਠਾ ਹੱਸਦਾ ਪਿਆ, ਕਾਰਨ ਹੈ ਜਾਂ ਤੇ 2-4 ਬੰਦੇ ਬੈਠੇ ਹੋਣ, ਉਹਨਾਂ ਵਿੱਚੋਂ ਕੋਈ ਹੱਸ ਪਵੇ ਫਿਰ ਤੇ ਹੁੰਦਾ ਵੀ ਕਿਸੇ ਨੇ ਕੋਈ ਗੱਲ ਕੀਤੀ ਤਾਂ ਹੱਸਿਆ, ਪਰ ਇਕੱਲਾ ਬੰਦਾ ਬੈਠਾ ਹੱਸਿਆ, ਉਹਦਾ ਕਾਰਨ ਹੈ। ਮਹਾਤਮਾ ਨੂੰ ਪੁੱਛਿਆ, ਕਹਿਣ ਲੱਗੇ ਜੀ ਹੱਸਿਆ ਕਿਉਂ ਹੈ? ਕਹਿੰਦੇ ਹੱਸਿਆ ਤਾਂ ਹੈ ਇਹਦੇ ਕੋਲ ਇੱਕ ਇਹੋ ਜਿਹੀ ਸਿੱਧੀ ਹੈ, ਇਹ ਇੱਥੇ ਬੈਠਾ ਦੂਰ ਕਿਸੇ ਸ਼ਹਿਰ ਦੇ ਵਿੱਚ ਕੋਈ ਵੇਸਵਾ ਨੱਚਦੀ ਪਈ ਹੈ। ਵੇਸਵਾ ਜਦੋਂ ਨੱਚਦੀ ਹੈ ਉਹਦੇ ਤਨ ਦੇ ਕੱਪੜੇ ਉੱਡਦੇ ਨੇ, ਇਹ ਆਪਣੇ ਧਿਆਨ ਵਿੱਚ ਬੈਠਾ ਉਹਨੂੰ ਵੇਖਦਾ ਤਾਂ ਇਹ ਹੱਸਦਾ ਪਿਆ। ਹੁਣ ਸਿੱਧੀ ਤੇ ਲੈ ਲਈ ਹੈ, ਬੰਦਗੀ ਕਰਕੇ, ਤਪ ਕਰਕੇ, ਭੁੱਖਾ ਤੇ ਪਿਆਸਾ ਰਹਿ ਕੇ ਸਿੱਧੀ ਤੇ ਲੈ ਲਈ। ਪਰ ਸਿੱਧੀ ਨੂੰ ਲਾਇਆ ਕਿਹੜੇ ਪਾਸੇ? ਰੰਗ ਤਮਾਸ਼ੇ ਵੇਖਣ ਵਾਸਤੇ, ਵੇਸਵਾ ਦਾ ਨਾਚ ਵੇਖਣ ਵਾਸਤੇ। ਉਹ ਇੱਥੇ ਹੀ ਰੁਕ ਗਿਆ, ਗਾਂਹ ਨਹੀਂ ਚੱਲ ਪਾਇਆ, ਉੱਥੇ ਹੀ ਖੜ ਗਿਆ। ਮਹਾਰਾਜ ਕਹਿਣ ਲੱਗੇ ਭਾਈ ਰਿੱਧ ਸਿੱਧ ਸਭ ਮੋਹ ਹੈ। ਰਿਧੀਆਂ ਤੇ ਸਿੱਧੀਆਂ ਇਹ ਸਾਰੀਆਂ ਮੋਹ ਰੂਪ ਨੇ, ਪਰਮਾਤਮਾ ਦੇ ਰਾਹ 'ਤੇ ਅੱਗੇ ਨਹੀਂ ਚੱਲਣ ਦਿੰਦੀਆਂ, ਰੋਕ ਦਿੰਦੀਆਂ ਵੀ ਇੱਥੇ ਖੜ ਜਾ, ਸਾਡੇ ਵਿੱਚ ਹੀ ਲੱਗ ਜਾ। ਜਿਹੜੇ ਕੱਚੇ ਲੋਕ ਨੇ ਉਹ ਉੱਥੇ ਹੀ ਖੜ ਜਾਂਦੇ, ਉਹਨਾਂ ਰਿਧੀਆਂ ਸਿੱਧੀਆਂ ਵਿੱਚ ਹੀ ਪੈ ਜਾਂਦੇ, ਅੱਗੇ ਨਹੀਂ ਤੁਰਦੇ। ਇਹ ਮੋਹ ਰੂਪ ਹੋ ਜਾਂਦੀਆਂ, ਬੰਦੇ ਨੂੰ ਪਕੜ ਲੈਂਦੀਆਂ। ਪਰ ਜਿਹੜੇ ਪੂਰਨ ਮਹਾਤਮਾ ਨਾ, ਪੂਰੇ ਗੁਰੂ ਦੇ ਸਿੱਖ, ਜਦੋਂ ਉਹਨਾਂ ਨੂੰ ਰਿਧੀਆਂ ਸਿੱਧੀਆਂ ਮਿਲਦੀਆਂ ਉਹ ਹੱਥ ਜੋੜ ਕੇ ਅਰਦਾਸ ਕਰਦੇ, ਇਹ ਨਹੀਂ ਚਾਹੀਦੀ। ਸੰਤ ਬਾਬਾ ਜਰਨੈਲ ਸਿੰਘ ਦਾ ਨਾਮ ਆਪ ਸੰਗਤਾਂ ਨੇ ਸੁਣਿਆ। ਕਹਿਣ ਲੱਗੇ ਜਦੋਂ ਬੰਦਗੀ ਕਰਦੇ ਨਾ, ਤਪ ਕਰਦੇ, ਪਾਠ ਕਰਦੇ, ਸਿਮਰਨ ਕਰਦੇ, ਰਿਧੀਆਂ ਸਿੱਧੀਆਂ ਆ ਕੇ ਖੜ ਗਈਆਂ ਹੱਥ ਜੋੜ ਕੇ, ਦੱਸੋ ਕੀ ਸੇਵਾ ਕਰੀਏ? ਕਹਿਣ ਲੱਗੇ ਉਦੋਂ ਹੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕੀਤੀ, ਮਹਾਰਾਜ ਇਹ ਵਸਤੂਆਂ ਨਹੀਂ ਚਾਹੀਦੀਆਂ ਜਿਹੜੀਆਂ ਖੜੀਆਂ ਕਰ ਦਿੱਤੀਆਂ, ਇਹ ਨਹੀਂ ਚਾਹੀਦੀਆਂ, ਰਿਧੀ ਸਿੱਧੀ ਨਹੀਂ ਚਾਹੀਦੀ, ਮੈਨੂੰ ਤੇ ਤੁਸੀਂ ਹੀ ਚਾਹੀਦੇ। ਅੱਜ ਤੋਂ ਬਾਅਦ ਮੈਨੂੰ ਇਹ ਦਿਸਣ ਨਾ, ਮੇਰੇ ਨੇੜੇ ਨਾ ਆਉਣ, ਇਹਨਾਂ ਦਾ ਪ੍ਰਭਾਵ ਨਾ ਮੇਰੇ ਤੇ ਪਵੇ। ਇਹ ਅਰਦਾਸ ਕੀਤੀ। ਇਹ ਹੈ ਪੂਰਨ ਮਹਾਤਮਾ ਦੀ ਨਿਸ਼ਾਨੀ, ਬੰਦਗੀ ਵਾਲਿਆਂ ਦੀ। ਮਹਾਰਾਜ ਕਹਿਣ ਲੱਗੇ ਰਿੱਧ ਸਿੱਧ ਸਭ ਮੋਹ ਹੈ। ਰਿਧੀਆਂ ਤੇ ਸਿੱਧੀਆਂ ਸਾਰੀਆਂ ਮੋਹ ਰੂਪ ਨੇ, ਬੰਦੇ ਨੂੰ ਬੰਦਗੀ ਵਾਲੇ ਪਾਸਿਓਂ ਰੋਕ ਲੈਂਦੀਆਂ, ਰਸਤੇ ਵਿੱਚ ਹੀ ਉਲਝਾ ਲੈਂਦੀਆਂ, ਆਪਣੇ ਵਾਲੇ ਪਾਸੇ ਲਾ ਲੈਂਦੀਆਂ। ਨਾਮ ਨਾ ਵਸੈ ਮਨ ਆਏ, ਮਨ ਵਿੱਚ ਨਾਮ ਰਿਧੀਆਂ ਸਿੱਧੀਆਂ ਦੇ ਮਗਰ ਲੱਗਣ ਕਰਕੇ ਨਾਮ ਨਹੀਂ ਵਸੇਗਾ, ਨਾਮ ਨਹੀਂ ਪ੍ਰਾਪਤ ਹੋਵੇਗਾ। ਰਿਧੀਆਂ ਸਿੱਧੀਆਂ ਰਸਤੇ ਵਿੱਚ ਰੋਕ ਲੈਂਦੀਆਂ ਹਨ। ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਗੁਰੂ ਦੀ ਸੇਵਾ ਕਰਕੇ ਮਨ ਨਿਰਮਲ ਹੁੰਦਾ। ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਪਾਪ ਦੀ ਮੈਲ ਦੇ ਨਾਲ, ਈਰਖਾ ਦੀ ਮੈਲ ਦੇ ਨਾਲ, ਨਿੰਦਿਆ ਦੀ ਮੈਲ ਦੇ ਨਾਲ, ਚੁਗਲੀ ਦੀ ਮੈਲ ਦੇ ਨਾਲ, 5 ਵਕਾਰ ਨੇ ਉਹਨਾਂ ਦੀ ਮੈਲ ਦੇ ਨਾਲ ਇਹ ਮਨ ਕਾਲਾ ਹੋਇਆ ਭਰਿਆ ਪਿਆ। ਇਹ ਮਨ ਨਿਰਮਲ ਹੋਵੇਗਾ ਜੇ ਗੁਰੂ ਕਿਰਪਾ ਕਰੇਗਾ। ਗੁਰੂ ਕਿਰਪਾ ਬਿਨਾਂ ਮਨ ਨਿਰਮਲ ਨਹੀਂ ਹੋਵੇਗਾ, ਪਵਿੱਤਰ ਨਹੀਂ ਹੋਵੇਗਾ। ਕਈ ਵਾਰੀ ਅਸੀਂ ਸੁਣਦੇ ਬਚਨ ਜ਼ਰੂਰ ਆ, ਕਥਾ ਦੇ ਰੂਪ ਦੇ ਵਿੱਚ, ਕੀਰਤਨ ਦੇ ਰੂਪ ਦੇ ਵਿੱਚ, ਪਾਠ ਦੇ ਰੂਪ ਦੇ ਵਿੱਚ ਸੁਣਦੇ ਪਏ, ਪਰ ਫਿਰ ਵੀ ਸਾਡੇ ਅੰਦਰ ਇੱਕ ਚੁਗਲੀ ਨੇ ਘਰ ਬਣਾਇਆ ਹੋਇਆ। ਉਹ ਚੁਗਲੀ ਕਹਿੰਦੀ ਹੈ ਵੀ ਸਮਾਂ ਮਿਲੇ ਤੇ ਛੇਤੀ ਕਰ। ਸਾਡੇ ਅੰਦਰ ਨਿੰਦਿਆ ਨੇ ਆਪਣਾ ਘਰ ਬਣਾਇਆ ਹੋਇਆ। ਅਸੀਂ ਸੁਣਦੇ ਪਏ ਹਾਂ ਵੀ ਇਹ ਗੁਰੂ ਇਸ ਬਚਨ ਨੂੰ ਗਲਤ ਕਹਿੰਦਾ, ਨਿੰਦਿਆ ਨਹੀਂ ਕਰਨੀ। ਨਿੰਦਾ ਭਲੀ ਕਿਸੇ ਕੀ ਨਾਹੀ, ਇਹ ਗੁਰੂ ਬਚਨ ਕਹਿੰਦਾ। ਪਰ ਉਹ ਜਿਹੜੀ ਚੀਜ਼ ਸਾਡੇ ਅੰਦਰ ਘਰ ਕਰਕੇ ਬੈਠੀ, ਉਹ ਸਾਨੂੰ ਅੰਦਰੋਂ ਉਤਸ਼ਾਹਤ ਕਰਦੀ ਹੈ ਵੀ ਨਹੀਂ ਕਰ, ਕੋਈ ਗੱਲ ਨਹੀਂ, ਤੂੰ ਨਿੰਦਿਆ ਨਹੀਂ ਕਰਦਾ,
ਤੂੰ ਸੱਚ ਬੋਲਦਾ ਪਿਆ। ਇਹ ਫਿਰ ਉਸ ਨੂੰ ਪ੍ਰੇਰਿਆ ਜਾਂਦਾ ਵੀ ਇਹ ਨਿੰਦਿਆ ਨਹੀਂ, ਤੂੰ ਸੱਚ ਬੋਲਦਾ ਪਿਆ। ਜੇ ਸੱਚ ਬੋਲਣਾ ਫਿਰ ਮੂੰਹ ਤੇ ਬੋਲ। ਜੇ ਤੂੰ ਮੂੰਹ ਤੇ ਨਹੀਂ ਬੋਲਦਾ ਪਿਆ ਦਾ ਮਤਲਬ ਤੂੰ ਨਿੰਦਿਆ ਕਰਦਾ ਪਿਆ, ਤੂੰ ਸੱਚ ਨਹੀਂ ਬੋਲਦਾ ਪਿਆ। ਇਸੇ ਤਰ੍ਹਾਂ ਚੁਗਲੀ ਹੈ, ਇੱਕ ਦੀ ਗੱਲ ਸੁਣ ਕੇ ਦੂਜੇ ਨੂੰ ਦੱਸ ਕੇ ਆਉਣੀ, ਉਹਨਾਂ ਚਿਰ ਟਿਕਾ ਨਹੀਂ ਆਵੇਗਾ। ਫਿਰ ਆਖਣਾ ਨਹੀਂ ਮੈਂ ਤੇ ਜੋ ਸੱਚ ਉਹ ਦੱਸਿਆ ਉਹ ਕਿਹਾ। ਜੇ ਸੱਚ ਸੀ ਫਿਰ ਤੂੰ ਮੂੰਹ ਤੇ ਵੀ ਕਹਿ ਸਕਦਾ, ਤੂੰ ਪਿੱਠ ਪਿੱਛੇ ਕਿਹਾ, ਲੁੱਕ ਕੇ ਕਿਹਾ, ਚੋਰੀ ਕਿਹਾ, ਇਹਦਾ ਮਤਲਬ ਤੂੰ ਚੁਗਲੀ ਕੀਤੀ ਹੈ, ਕਿਉਂਕਿ ਉਹ ਤੇਰੇ ਅੰਦਰ ਘਰ ਕਰਕੇ ਬੈਠ ਗਈ ਹੈ, ਉਹ ਤੈਨੂੰ ਆਪਣੇ ਵਿੱਚ ਲਾਈ ਬੈਠੀ ਹੈ। ਮਹਾਰਾਜ ਕਹਿਣ ਲੱਗੇ ਇਹਨਾਂ ਨਿੰਦਿਆ ਨਾਲ, ਚੁਗਲੀ ਨਾਲ, ਵਿਕਾਰਾਂ ਨਾਲ, ਪਾਪ ਦੇ ਨਾਲ ਤੇਰਾ ਮਨ ਮੈਲਾ ਹੋ ਗਿਆ, ਗੰਦਾ ਹੋ ਗਿਆ। ਪਰ ਇਹ ਸਾਫ਼ ਕਿਵੇਂ ਹੋਵੇਗਾ? ਗੁਰ ਸੇਵਾ ਤੇ ਮਨ ਨਿਰਮਲ ਹੋਵੇ। ਗੁਰੂ ਦੀ ਸੇਵਾ ਕਰ, ਝਾੜੂ ਦੀ ਸੇਵਾ ਕਰਨੀ, ਬਰਤਨ ਮਾਂਜਣ ਦੀ ਸੇਵਾ ਕਰਨੀ, ਗੁਰੂ ਦੇ ਬਸਤਰ ਧੋਣ ਦੀ ਸੇਵਾ ਕਰਨੀ, ਸੰਗਤ ਨੂੰ ਪੱਖਾ ਕਰਨ ਦੀ ਸੇਵਾ ਕਰਨੀ, ਲੰਗਰ ਛਕਾਉਣ ਦੀ ਸੇਵਾ ਕਰਨੀ। ਇਹ ਸੇਵਾ ਕਰ, ਇਹ ਗੁਰੂ ਦੀ ਸੇਵਾ ਹੈ। ਤੇਰਾ ਮਨ ਨਿਰਮਲ ਹੋ ਜਾਏਗਾ, ਪਵਿੱਤਰ ਹੋ ਜਾਏਗਾ। ਜਦੋਂ ਮਨ ਪਵਿੱਤਰ ਹੋ ਗਿਆ ਫਿਰ ਅਗਿਆਨ ਅੰਧੇਰਾ ਜਾਏ, ਅਗਿਆਨਤਾ ਰੂਪੀ ਹਨੇਰਾ ਜਿਹੜਾ ਨਾ ਚਲਾ ਜਾਏਗਾ, ਰੋਸ਼ਨੀ ਆ ਜਾਏਗੀ, ਅੰਦਰ ਤੇਰੇ ਪ੍ਰਕਾਸ਼ ਆ ਜਾਂਦਾ ਹੈ। ਨਾਮ ਰਤਨ ਕਰ ਪ੍ਰਗਟ ਹੋਆ, ਨਾਨਕ ਸਹਿਜ ਸਮਾਏ। ਜਿਹੜੇ ਗੁਰੂ ਦੇ ਸਹਿਜ ਕੀਏ ਗਿਆਨ ਦੇ ਵਿੱਚ ਨੇ, ਇੱਥੇ ਸਹਿਜ ਦਾ ਅਰਥ ਗਿਆਨ ਕੀਤਾ ਵਿਦਵਾਨਾਂ ਨੇ, ਜਿਨ੍ਹਾਂ ਨੇ ਗੁਰੂ ਦਾ ਗਿਆਨ ਪ੍ਰਾਪਤ ਕੀਤਾ ਹੈ, ਉਹਨਾਂ ਦੇ ਅੰਦਰ ਨਾਮ ਰੂਪੀ ਰਤਨ ਪ੍ਰਗਟ ਹੋ ਜਾਂਦਾ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਗੁਰੂ ਦਾ ਸ਼ਬਦ ਰਤਨ ਹੈ, ਗੁਰੂ ਦਾ ਉਪਦੇਸ਼ ਰਤਨ ਹੈ, ਗੁਰੂ ਵੱਲੋਂ ਦਿੱਤਾ ਗਿਆ ਨਾਮ ਰਤਨ ਹੈ। ਇਹ ਫਿਰ ਨਾਮ ਰੂਪੀ ਰਤਨ ਜਿਹੜਾ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ, ਪ੍ਰਾਪਤ ਹੋ ਜਾਂਦਾ। ਸਾਡੇ ਹਿਰਦੇ ਵਿੱਚ ਹਾਲੇ ਪ੍ਰਾਪਤ ਨਹੀਂ ਹੈ, ਭਾਵੇਂ ਅਸੀਂ ਪੜ੍ਹਦੇ ਹਾਂ ਨਾ ਬਾਣੀ, ਪਾਠ ਵੀ ਅਸੀਂ ਪੜ੍ਹਦੇ, ਵਾਹਿਗੁਰੂ ਮੰਤਰ ਦਾ ਜਾਪ ਵੀ ਕਰਦੇ, ਕਥਾ ਕੀਰਤਨ ਵੀ ਸੁਣਦੇ, ਪਰ ਸਾਡੇ ਅੰਦਰ ਹਾਲੇ ਪ੍ਰਗਟ ਨਹੀਂ ਹੋਇਆ। ਜਿੱਦਣ ਪ੍ਰਗਟ ਹੋ ਗਿਆ ਉਦੋਂ ਲੱਭਣ ਦੀ ਲੋੜ ਨਹੀਂ ਹੈ, ਉਦੋਂ ਆਪਣੇ ਆਪ ਹੀ ਅਜੱਪਾ ਜਾਪ ਨਾ ਵਿਸਰਿਆ ਜੁਗਾਦ ਸਮਾਏ, ਉਦੋਂ ਉਹ ਭੁੱਲੇਗਾ ਨਹੀਂ। ਅੱਜ ਸਾਨੂੰ ਭੁੱਲਿਆ ਹੋਇਆ, ਇਸ ਕਰਕੇ ਸਾਡੇ ਅੰਦਰ ਉਹ ਪ੍ਰਗਟ ਨਹੀਂ ਹੈ। ਨਾਮ ਰਤਨ ਘਰ ਪ੍ਰਗਟ ਹੋਆ, ਜਿਨ੍ਹਾਂ ਦੇ ਹਿਰਦੇ ਘਰ ਦੇ ਵਿੱਚ ਨਾਮ ਦਾ ਰਤਨ ਪ੍ਰਗਟ ਹੋਇਆ, ਪ੍ਰਕਾਸ਼ ਹੋਇਆ, ਨਾਨਕ ਸਹਿਜ ਸਮਾਏ। ਮਹਾਰਾਜ ਕਹਿਣ ਲੱਗੇ ਉਹ ਗਿਆਨ ਦੇ ਵਿੱਚ ਸਮਾ ਗਏ, ਉਹ ਗਿਆਨ ਦੇ ਵਿੱਚ ਹੀ ਲੀਨ ਹੋ ਗਏ, ਉਹ ਗਿਆਨ ਦੇ ਵਿੱਚ ਹੀ ਆਪਣੇ ਆਪ ਨੂੰ ਸੰਪੂਰਨਤਾ ਹੀ ਉਹਨਾਂ ਨੇ ਕਰ ਲਈ। ਉਹ ਫਿਰ ਕਿਸੇ ਨੂੰ ਚੰਗਾ ਜਾਂ ਮਾੜਾ ਨਹੀਂ ਬੋਲਦੇ, ਕਿਸੇ ਦਾ ਨੁਕਸ ਨਹੀਂ ਕੱਢਦੇ। ਅਸੀਂ ਤੇ ਨੁਕਸ ਕੱਢਣ ਵਿੱਚ ਲੱਗੇ ਹਨ, ਭਾਵੇਂ ਆਪ ਨੂੰ ਸਾਨੂੰ ਕੁਝ ਆਵੇ ਤੇ ਭਾਵੇਂ ਨਾ ਆਵੇ, ਪਰ ਦੂਜੇ ਦਾ ਨੁਕਸ ਅਸੀਂ ਜ਼ਰੂਰ ਵੇਖਦੇ। ਗੁਰਮੁਖਾਂ ਦਾ ਸੁਭਾਅ ਬਣ ਜਾਂਦਾ, ਉਹ ਕਿਸੇ ਦਾ ਨੁਕਸ ਨਹੀਂ ਵੇਖਦੇ, ਉਹ ਵੇਖਦੇ ਨੇ ਪ੍ਰਮਾਤਮਾ ਹੀ ਸਾਰਿਆਂ ਅੰਦਰ ਸਮਾਇਆ, ਜੋ ਕਰਦਾ ਪਿਆ ਉਹ ਠੀਕ ਕਰਦਾ। ਐਸੀ ਅਵਸਥਾ ਬਣ ਜਾਂਦੀ ਹੈ। ਸ਼ਬਦੇ ਸਾਧਨਾ ਆਇਓ, ਨਾਮ ਨਾ ਲੱਗੋ ਪਿਆਰ। ਹੁਣ ਇੱਥੇ ਮਹਾਰਾਜ ਮਨਮੁਖਾਂ ਦੀ ਗੱਲ ਕਰਦੇ, ਜਿਹੜੇ ਮਨਮੁਖ ਨੇ, ਜਿਹੜੇ ਗੁਰੂ ਵਾਲੇ ਨੇ। ਕਹਿਣ ਲੱਗੇ ਮਨਮੁਖ ਦੀ ਨਿਸ਼ਾਨੀ ਪਤਾ ਹੀ ਕੀ ਹੈ? ਮਨਮੁਖ ਦੀ ਨਿਸ਼ਾਨੀ ਇਹ ਹੈ, ਸ਼ਬਦੈ ਸਾਧਨਾ ਆਇਓ। ਸ਼ਬਦ ਕਹੀਏ ਉਪਦੇਸ਼, ਉਹਨਾਂ ਨੂੰ ਗੁਰੂ ਦੀ ਗੱਲ ਦਾ ਸਵਾਦ ਨਹੀਂ ਆਉਂਦਾ। ਜੇ ਪਾਠ ਹੁੰਦਾ ਪਿਆ ਕਹਿਣ ਲੱਗੇ ਚੰਗਾ ਨਹੀਂ ਲੱਗਦਾ, ਕੀਰਤਨ ਹੁੰਦਾ ਇਹ ਵੀ ਮੈਨੂੰ ਚੰਗਾ ਨਹੀਂ ਲੱਗਦਾ, ਕਥਾ ਹੁੰਦੀ ਪਈ ਇਹ ਚੰਗਾ ਨਹੀਂ ਲੱਗਦਾ, ਘਰ ਦੇ ਵਿੱਚ ਕੋਈ ਸਿਆਣਾ ਬਜ਼ੁਰਗ ਬੈਠਾ ਹੋਇਆ ਨਿਤਨੇਮ ਕਰਦਾ ਪਿਆ, ਨਹੀਂ ਮੇਰੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਮੈਨੂੰ ਤੇ ਨੀਂਦ ਨਹੀਂ ਆਉਂਦੀ, ਇਹ ਮੈਨੂੰ ਚੰਗੀ ਨਹੀਂ ਲੱਗਦੀ ਹੈ। ਗੁਰੂ ਦਾ ਉਪਦੇਸ਼ ਮਨਮੁਖ ਬੰਦੇ ਨੂੰ ਕਦੇ ਚੰਗਾ ਨਹੀਂ ਲੱਗੇਗਾ, ਉਹ ਰੋਕਣ ਦਾ ਹੀ ਯਤਨ ਕਰੇਗਾ। ਉਹਨੂੰ ਕਹਿੰਦੇ ਮਨਮੁਖ, ਜਿਹਨੂੰ ਗੁਰੂ ਦੀ ਗੱਲ ਚੰਗੀ ਨਾ ਲੱਗੇ। ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜਦੋਂ ਖਡੂਰ ਸਾਹਿਬ ਆਏ ਨਾ, ਖਡੂਰ ਸਾਹਿਬ ਦੇ ਵਿੱਚ ਇੱਕ ਜੋਗੀ ਰਹਿੰਦਾ, ਉਹਨੂੰ ਤਪਾ ਕਹਿੰਦੇ ਸਨ। ਲੋਕਾਂ ਵਿੱਚ ਬੜੇ ਉਹਨੇ ਭਰਮ ਪਾਏ ਹੋਏ, ਬੜੇ ਭੁਲੇਖੇ ਪਾਏ ਹੋਏ, ਲੋਕ ਉਹਨੂੰ ਰੱਬ ਦੀ ਤਰ੍ਹਾਂ ਪੂਜਦੇ, ਪਰ ਹੈ ਉਹਦੇ ਪੱਲੇ ਕੁਝ ਨਹੀਂ ਹੈ। ਜਦੋਂ ਗੁਰੂ ਅੰਗਦ ਸਾਹਿਬ ਆ ਗਏ, ਸੰਗਤਾਂ ਆਉਣ ਲੱਗ ਪਈਆਂ, ਸਤਿਗੁਰਾਂ ਨੇ ਸੱਚ ਦੀ ਗੱਲ ਦੱਸੀ ਵੀ ਪ੍ਰਮਾਤਮਾ ਦੇ ਨਾਲ ਜੁੜੋ, ਉਹਦੀ ਬੰਦਗੀ ਕਰੋ, ਉਹਦੇ ਤੋਂ ਬਿਨਾਂ ਕੁਝ ਨਹੀਂ ਹੈ। ਜੋਗੀ ਨੂੰ ਫਿਕਰ ਪੈ ਗਿਆ ਵੀ ਮੇਰੀ ਦੁਕਾਨ ਬੰਦ ਹੋ ਜਾਣੀ, ਮੈਂ ਤੇ ਲੋਕਾਂ ਵਿੱਚ ਭਰਮ ਫੈਲਾਇਆ, ਪਖੰਡ ਫੈਲਾਇਆ ਹੋਇਆ, ਲੋਕਾਂ ਨੂੰ ਮਗਰ ਲਾਇਆ, ਇਹ ਸੱਚ ਦੱਸਦੇ ਪਏ। ਸਮਾਂ ਬਤੀਤ ਹੋ ਗਿਆ, ਜੋਗੀ ਦਾ ਇਹੋ ਜਿਹਾ ਦਾ ਲੱਗਾ, ਪਿੰਡ ਦੇ ਲੋਕ ਉਹਦੇ ਕੋਲ ਚਲੇ ਗਏ, ਕਹਿਣ ਲੱਗੇ ਜੀ ਮੀਂਹ ਨਹੀਂ ਪੈਂਦਾ ਤੇ ਮੀਂਹ ਬਿਨਾਂ ਫਸਲ ਜਿਹੜੀ ਹੈ ਬਰਬਾਦ ਹੋ ਜਾਏਗੀ, ਆਪ ਜੀ ਮੀਂਹ ਪਵਾ ਦਿਓ।
ਜੋਗੀ ਨੂੰ ਮੌਕਾ ਮਿਲ ਗਿਆ ਤਪੇ ਨੂੰ, ਕਹਿਣ ਲੱਗਾ ਮੀਂਹ ਤਾਂ ਨਹੀਂ ਪੈਂਦਾ, ਇੱਕ ਗ੍ਰਸਤੀ ਬੰਦਾ ਗੁਰੂ ਬਣ ਕੇ ਤੁਹਾਡੇ ਪਿੰਡ ਵਿੱਚ ਬੈਠਾ। ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਗ੍ਰਸਤੀ ਨਾ ਪਰਿਵਾਰ ਵਾਲੇ, ਇੱਕ ਗ੍ਰਸਤੀ ਵਿਅਕਤੀ ਗੁਰੂ ਕਿਵੇਂ ਹੋ ਸਕਦਾ? ਉਹਨਾਂ ਸਮਿਆਂ ਵਿੱਚ ਇਹ ਗੱਲ ਦਾ ਬੜਾ ਬੋਲਬਾਲਾ ਸੀ ਵੀ ਜਿਹੜਾ ਵਿਆਹ ਨਹੀਂ ਕਰਾਉਂਦਾ ਗੁਰੂ ਉਹੀ ਹੋ ਸਕਦਾ, ਸੰਤ ਸਾਧੂ ਉਹ ਹੋ ਸਕਦਾ, ਜਿਹਨੇ ਵਿਆਹ ਕਰਾ ਲਿਆ ਉਹ ਸੰਤ ਸਾਧੂ ਜਾਂ ਗੁਰੂ ਨਹੀਂ ਬਣ ਸਕਦਾ। ਕਹਿਣ ਲੱਗਾ ਵੀ ਇੱਕ ਨੂੰ ਤੁਸੀਂ ਗੁਰੂ ਕਰਕੇ ਮੰਨਦੇ ਹੋ ਤੇ ਵਿਆਹ ਕਰਾਇਆ ਹੋਇਆ, ਇਹ ਉਹਦਾ ਕੀਤਾ ਹੋਇਆ ਕਰਮ ਤੁਹਾਨੂੰ ਭੋਗਣਾ ਪੈ ਰਿਹਾ, ਤਾਂ ਨਹੀਂ ਮੀਂਹ ਪੈਂਦਾ ਪਿਆ। ਮੀਂਹ ਪਵੇਗਾ ਉਹਨੂੰ ਪਿੰਡੋਂ ਕੱਢ ਦਿਓ। ਹੁਣ ਕਾਰਨ ਇਹ ਹੈ ਵੀ ਜੇ ਪਿੰਡੋਂ ਚਲੇ ਗਿਆ ਮੇਰੀ ਝੂਠ ਦੀ ਦੁਕਾਨ ਚੱਲਦੀ ਰਹੇਗੀ, ਤੇ ਬਹਾਨਾ ਬਣਾ ਲਿਆ ਮੀਂਹ ਦਾ ਵੀ ਤਾਂ ਨਹੀਂ ਪੈਂਦਾ। ਲੋੜਵੰਦ ਲੋਕ ਸਨ ਮਹਾਰਾਜ ਦੇ ਕੋਲ ਆ ਕੇ, ਕਹਿੰਦੇ ਜੀ ਸਾਨੂੰ ਜੋਗੀ ਇਹ ਗੱਲ ਕਹਿੰਦਾ ਵੀ ਤੁਹਾਡੇ ਕਰਕੇ ਮੀਂਹ ਨਹੀਂ ਪੈਂਦਾ, ਜੇ ਤੁਸੀਂ ਚਲ ਜਾਓ ਤਾਂ ਮੀਂਹ ਪੈ ਜਾਏਗਾ। ਤੇ ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਸਾਡੇ ਗਿਆਨ ਤੁਹਾਡਾ ਭਲਾ ਹੁੰਦਾ ਤੇ ਇਹਦੇ 'ਚ ਕਿਹੜੀ ਮਾੜੀ ਗੱਲ, ਸਾਡਾ ਪਲੰਘਾ ਚੁੱਕੋ ਤੇ ਜਿੱਥੇ ਤੁਹਾਨੂੰ ਲੱਗਦਾ ਵੀ ਤੁਹਾਡੇ ਪਿੰਡ ਦੀ ਹੱਦ ਖਤਮ ਹੁੰਦੀ ਹੈ ਉੱਥੇ ਜਾ ਕੇ ਪਲੰਘਾ ਰੱਖ ਦਿਓ, ਅਸੀਂ ਉੱਥੇ ਬੈਠ ਜਾਂਦੇ। ਪਲੰਘਾ ਇਹਨਾਂ ਨੇ ਚੁੱਕਿਆ, ਖਡੂਰ ਸਾਹਿਬ ਤੋਂ ਬਾਹਰ ਜਾ ਕੇ ਜੰਗਲ ਦੇ ਵਿੱਚ ਰੱਖ ਦਿੱਤਾ ਵੀ ਇੱਥੇ ਬੈਠੇ ਰਹੋ, ਸਾਡੇ ਪਿੰਡ ਦੀ ਇੱਥੇ ਜੂਹ ਖਤਮ ਹੁੰਦੀ ਹੈ। ਫਿਰ ਤਪੇ ਦੇ ਕੋਲ ਆ ਗਏ ਜੀ ਮੀਂਹ ਪਵਾ ਦੇ। ਹੁਣ ਤਪੇ ਦੇ ਕੋਲ ਮੀਂਹ ਦੀ ਕੋਈ ਤਾਕਤ ਥੋੜ੍ਹੀ ਹੈ ਪਵਾਉਣ ਦੀ, ਬਹਾਨਾ ਲਾਉਣ ਲੱਗ ਪਿਆ, 2 ਦਿਨਾਂ ਨੂੰ ਪਵਾ ਦਿਆਂਗਾ, 4 ਦਿਨਾਂ ਨੂੰ ਪਵਾ ਦਿਆਂਗਾ, ਹਫ਼ਤੇ ਨੂੰ ਪਵਾ ਦਿਆਂਗਾ, ਪਰ ਪੈਂਦਾ ਨਹੀਂ ਹੈ। ਇੰਨੇ ਚਿਰ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਆ ਗਿਆ, ਪਿੰਡ ਗਏ ਹੋਏ ਤੇ ਪਿੰਡੋਂ ਆ ਗਿਆ ਖਡੂਰ ਸਾਹਿਬ। ਉਹਨਾਂ ਨੂੰ ਨਹੀਂ ਪਤਾ ਵੀ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਵਿੱਚੋਂ ਕੱਢ ਦਿੱਤਾ। ਪਿੰਡ ਵਾਲਿਆਂ ਨੂੰ ਪੁੱਛਿਆ, ਕੁਝ ਪ੍ਰੇਮੀਆਂ ਨੂੰ ਪੁੱਛਿਆ ਗੱਲ ਕੀ ਹੋਈ, ਕਹਿਣ ਲੱਗੇ ਜੀ ਆ ਜੋਗੀ ਨੇ ਆਖਿਆ ਵੀ ਮਹਾਰਾਜ ਨੂੰ ਬਾਹਰ ਕੱਢੋ ਤੇ ਮੀਂਹ ਪਵਾਵਾਂਗਾ। ਮਹਾਰਾਜ ਵੀ ਬਾਹਰ ਕੱਢ ਦਿੱਤੇ ਪਰ ਮੀਂਹ ਤੇ ਪਿਆ ਨਹੀਂ। ਇਹ ਗੱਲ ਸੁਣ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਵੀ ਪਿੰਡੋਂ ਬਾਹਰ ਕੱਢਿਆ। ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁੱਸਾ ਆ ਗਿਆ, ਇਹ ਗੁਰੂ ਦੀ ਨਿਰਾਦਰੀ ਕੀਤੀ ਹੈ। ਕਹਿਣ ਲੱਗੇ ਉਹ ਭਲਿਓ ਜਿਨ੍ਹਾਂ ਦੇ ਹੱਥ ਵਿੱਚ ਸਾਰਾ ਕੁਝ ਸੀ, ਜਿਹੜੇ ਆਪ ਪਰਮੇਸ਼ਰ ਸਨ, ਉਹਨਾਂ ਨੂੰ ਤੁਸੀਂ ਪਿੰਡੋਂ ਬਾਹਰ ਕੱਢਿਆ। ਜਿਹਦੇ ਕੋਲ ਕੁਝ ਨਹੀਂ ਉਹਦੀ ਤੁਸੀਂ ਪੂਜਾ ਕਰਦੇ। ਪਿੰਡ ਵਾਲਿਆਂ ਮਾਫੀ ਮੰਗੀ ਜੀ ਹੁਣ ਕੀ ਕਰੀਏ? ਕਹਿਣ ਲੱਗੇ ਹੁਣ ਕੀ ਕਰਨਾ, ਇਹਨੂੰ ਸਜ਼ਾ ਦਿਓ। ਸਜ਼ਾ ਇਹ ਹੈ ਜੋਗੀ ਦਾ ਤੋੜੋ ਦਰਵਾਜ਼ਾ, ਇਹਨੂੰ ਕੱਢੋ ਕਮਰੇ 'ਚੋਂ ਬਾਹਰ, ਜਿਹੜੇ ਜਿਹੜੇ ਖੇਤ ਵਿੱਚ ਲੈ ਕੇ ਜਾਓਗੇ ਉਸ ਖੇਤ ਵਿੱਚ ਮੀਂਹ ਪਵੇਗਾ। ਤੇ ਕੁਝ ਕਹਿਣ ਲੱਗੇ ਮਹਾਰਾਜ ਕੀ ਗਰੰਟੀ ਹੈ, ਕੀ ਯਕੀਨ ਅਸੀਂ ਕਰੀਏ ਵੀ ਅਸੀਂ ਜਾਵਾਂਗੇ ਤੇ ਮੀਂਹ ਪੈ ਹੀ ਜਾਵੇਗਾ? ਜੇ ਨਾ ਪਿਆ ਜੋਗੀ ਨਾਲ ਵੀ ਸਾਡੀ ਵਿਗੜਦਿਆਂ ਨਹੀਂ, ਇੱਧਰੋਂ ਗੁਰੂ ਨਾਲ ਵਿਗੜ ਗਈ, ਉੱਧਰੋਂ ਜੋਗੀ ਨਾਲ ਵਿਗੜੇਗੀ। ਮਹਾਰਾਜ ਕਹਿੰਦੇ ਨਿਸ਼ਾਨੀ ਇਹ ਹੈ ਜਦੋਂ ਉਹਦੇ ਦਰਵਾਜ਼ੇ 'ਤੇ ਤੁਸੀਂ ਪਹੁੰਚੋਗੇ ਨਾ, ਤੁਹਾਨੂੰ ਬੱਦਲ ਲਿਸ਼ਕਦੇ ਉਸ ਵੇਲੇ ਦਿਖਾਈ ਦੇਣ ਲੱਗ ਪੈਣਗੇ, ਬੱਦਲ ਆਉਂਦੇ ਦਿਖਾਈ ਦੇਣ ਲੱਗ ਪੈਣਗੇ। ਇਹ ਨਿਸ਼ਾਨੀ ਹੈ, ਜੇ ਬੱਦਲ ਦਿਸ ਪਏ ਤੇ ਦਰਵਾਜ਼ਾ ਤੋੜ ਦਿਓ ਤੇ ਬਾਹਰ ਕੱਢ ਲਿਓ, ਨਾ ਦਿਸਣਗੇ ਤੇ ਵਾਪਸ ਆ ਜਾਇਓ। ਜਦੋਂ ਜੋਗੀ ਦੇ ਦਰਵਾਜ਼ੇ 'ਤੇ ਆਵਾਜ਼ਾਂ ਮਾਰਿਆ, ਕਹਿੰਦੇ ਇੱਧਰੋਂ ਕਾਲੀਆਂ ਘਟਾਵਾਂ ਬੱਦਲ ਚੜ੍ਹ ਗਏ। ਉਹਨਾਂ ਨੂੰ ਯਕੀਨ ਹੋ ਗਿਆ ਵੀ ਇਹ ਗਮ ਸੱਚੀ ਮੁੱਚੀ ਬਣ ਜਾਣਾ। ਜੋਗੀ ਨੂੰ ਖਿੱਚ ਕੇ ਬਾਹਰ ਕੱਢਿਆ, ਖੇਤਾਂ ਵਿੱਚ ਧਰੂ ਧਰੂ ਕੇ ਵਹਿੜਕਿਆਂ ਵਿੱਚ ਮਗਰ ਵਹਿੜਕਿਆਂ ਦੇ ਮਗਰ ਪਾ ਕੇ ਖੇਤਾਂ ਵਿੱਚ ਘਸੀਟ ਕੇ ਜੋਗੀ ਮਰਿਆ ਤੇ ਮੀਂਹ ਬੇਅੰਤ ਪੈ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸ਼ਬਦ ਹੈ ਸਾਧਨਾ ਆਇਆ। ਉਹ ਜਿਹੜੇ ਜੋਗੀ ਵਰਗੇ ਸਨ ਨਾ ਮਨਮੁਖ ਬੰਦੇ, ਉਹਨਾਂ ਨੂੰ ਗੁਰੂ ਦਾ ਸ਼ਬਦ ਚੰਗਾ ਨਹੀਂ ਲੱਗਦਾ, ਕਹਿੰਦੇ ਗੁਰੂ ਨੂੰ ਪਿੰਡੋਂ ਬਾਹਰ ਕੱਢ ਦਿਓ। ਇਹ ਮਨਮੁਖ ਦੀ ਨਿਸ਼ਾਨੀ ਹੈ। ਇਹ ਸਾਡੇ ਵਰਗੇ ਕਈ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਪਾਠ ਕਥਾ ਕੀਰਤਨ ਚੰਗਾ ਨਹੀਂ ਲੱਗਦਾ, ਨਾ ਗੁਰੂ ਘਰ ਦੇ ਵਿੱਚ ਚੰਗਾ ਲੱਗਦਾ, ਨਾ ਆਪਣੇ ਘਰ ਦੇ ਵਿੱਚ ਚੰਗਾ ਲੱਗਦਾ। ਉਹ ਕਈ ਤਰ੍ਹਾਂ ਦੀਆਂ ਤਰਕਾਂ ਕਰਦੇ। ਇਹ ਤੇ ਬਿਜ਼ਨਸ ਬਣਿਆ, ਇਹ ਤੇ ਧੰਦਾ ਬਣਿਆ। ਜੇ ਉਹਨਾਂ ਦਾ ਆਪਣਾ ਵੀ ਕੋਈ ਬਜ਼ੁਰਗ ਨਿਤਨੇਮ ਕਰਦਾ ਪਿਆ, ਕੋਈ ਵੱਡਾ, ਕਹਿੰਦੇ ਇਹ ਵੀ ਤੜਕੇ ਉੱਠ ਕੇ ਨਾ ਇਹਨੂੰ ਨੀਂਦ ਆਉਂਦੀ ਹੈ ਨਾ ਸਾਨੂੰ ਸੌਣ ਦਿੰਦਾ, ਚੰਗਾ ਨਹੀਂ ਲੱਗਦਾ। ਗੁਰੂ ਦਾ ਬਚਨ ਉਹਨਾਂ ਦੇ ਕੰਨੀ ਪਵੇ, ਚੰਗਾ ਨਹੀਂ ਲੱਗਦਾ। ਇਹ ਮਨਮੁਖ ਦੀ ਨਿਸ਼ਾਨੀ ਹੈ। ਸ਼ਬਦੈ ਸਾਧ ਨਾ ਆਇਓ, ਜਿਨ੍ਹਾਂ ਨੂੰ ਸ਼ਬਦ ਦਾ ਆਨੰਦ ਨਹੀਂ ਨਾ ਆਇਆ। ਤੇ ਨਾਮ ਨਾ ਲੱਗੋ ਪਿਆਰ, ਨਾਮ ਦੇ ਨਾਲ ਉਹਨਾਂ ਦਾ ਪਿਆਰ ਲੱਗਣਾ ਹੀ ਨਹੀਂ। ਜਿਨ੍ਹਾਂ ਨੂੰ ਸੁਣ ਕੇ ਨਹੀਂ ਗੁਰੂ ਦੀ ਗੱਲ ਚੰਗੀ ਲੱਗੀ, ਉਹ ਬੋਲਣਗੇ ਥੋੜ੍ਹੀ, ਆਪ ਥੋੜ੍ਹੀ ਉਹ ਪਾਠ ਕਰਨਗੇ, ਆਪ ਉਹ ਨਿਤਨੇਮ ਨਹੀਂ ਕਰਨਗੇ, ਆਪ ਉਹ ਨਾਮ ਨਹੀਂ ਜਪਣਗੇ। ਮਹਾਰਾਜ ਕਹਿੰਦੇ ਮਨਮੁਖ ਦੀ ਨਿਸ਼ਾਨੀ ਇਹ ਹੈ, ਨਾ ਉਹਨੂੰ ਗੁਰੂ ਦੀ ਗੱਲ ਕੰਨਾਂ ਵਿੱਚ ਸੁਣੀ ਚੰਗੀ ਲੱਗਦੀ ਹੈ, ਨਾ ਉਹਦਾ ਆਪਣਾ ਮਨ ਕਰਕੇ ਨਾਮ ਦੇ ਨਾਲ ਪਿਆਰ ਲੱਗਦਾ। ਇਹੋ ਜਿਹਾ ਮਨਮੁਖ ਹੈ। ਦੂਜੀ ਗੱਲ ਇਹ ਹੈ, ਉਹਦੀ ਨਿਸ਼ਾਨੀ ਇਹ ਹੈ ਵੀ ਉਹ ਜ਼ੁਬਾਨ ਤੋਂ ਜਦੋਂ ਬੋਲੇਗਾ ਫਿੱਕਾ ਹੀ ਬੋਲੇਗਾ, ਜਦੋਂ ਜ਼ੁਬਾਨ ਤੋਂ ਬੋਲੇਗਾ ਕੌੜਾ ਹੀ ਬੋਲੇਗਾ, ਮਨ ਦਿਖਾਉਣ ਵਾਲੀ ਗੱਲ ਕਰੇਗਾ। ਹਰ ਵੇਲੇ ਇਹੋ ਜਿਹਾ ਸੁਭਾਅ ਲੈ ਕੇ ਬੋਲੇਗਾ ਵੀ ਜਦੋਂ ਬੋਲੇਗਾ ਤੇਰਾ ਮਨ ਦੁੱਖ ਜਾਵੇ। ਇਹ ਮਨਮੁਖ ਦੀ ਨਿਸ਼ਾਨੀ ਹੈ, ਜਿਹਨੂੰ ਗੁਰੂ ਦਾ ਸ਼ਬਦ ਨਹੀਂ ਨਾ ਚੰਗਾ ਲੱਗਾ,
ਜਿਹਨੂੰ ਗੁਰੂ ਦਾ ਉਪਦੇਸ਼ ਚੰਗਾ ਨਹੀਂ ਨਾ ਲੱਗਾ, ਉਹ ਜ਼ੁਬਾਨ ਤੋਂ ਵੀ ਕੌੜਾ ਹੀ ਬੋਲੇਗਾ, ਮਾੜਾ ਹੀ ਬੋਲੇਗਾ, ਗਲਤ ਬੋਲੇਗਾ, ਜਿਹਨੂੰ ਸੁਣ ਕੇ ਮਨ ਵਿੱਚ ਗੁੱਸਾ ਆ ਜਾਵੇ, ਜਿਹਨੂੰ ਸੁਣ ਕੇ ਮਨ ਦੁਖੀ ਹੋ ਜਾਵੇ। ਰਸਨਾ ਫਿੱਕਾ ਬੋਲਣਾ, ਉਹ ਜ਼ੁਬਾਨ ਦੇ ਨਾਲ ਫਿੱਕਾ ਬੋਲੇਗਾ, ਤਾਨੇ ਮਾਰਨੇ, ਮਿਹਣੇ ਦੇਣੇ। ਆਪਾਂ ਦੇਖਦੇ ਹਾਂ ਕਈਆਂ ਲੋਕਾਂ ਦਾ ਸੁਭਾਅ ਬਣਿਆ ਹੁੰਦਾ ਵੀ ਉਹ ਆਂਢੀਆਂ ਗੁਆਂਢੀਆਂ ਨੂੰ ਐਵੇਂ ਹੀ ਲੰਘਦੇ ਟੱਪਦੇ ਮਿਹਣੇ ਮਾਰੀ ਜਾਣਗੇ। ਕਾਂ ਨੂੰ ਸੁਣਾਤਾ, ਕੁੱਤੇ ਨੂੰ ਸੁਣਾ ਦਿੱਤਾ, ਪਰ ਮਿਹਣਾ ਉਹਨੂੰ ਦਿੰਦੇ ਪੈ, ਗੁਆਂਢੀ ਨੂੰ। ਉਹਨਾਂ ਦਾ ਕੰਮ ਹੈ ਫਿੱਕਾ ਬੋਲਣਾ ਹਰ ਵੇਲੇ। ਨਿਤ ਨਿਤ ਹੋਏ ਖੁਆਰ, ਮਹਾਰਾਜ ਕਹਿਣ ਲੱਗੇ ਨਿਤਾ ਪ੍ਰਤੀ ਫਿਰ ਖੁਆਰ ਹੁੰਦੇ, ਖਰਾਬ ਹੁੰਦੇ, ਦੁਖੀ ਹੁੰਦੇ। ਇਸ ਲੋਕ ਦੇ ਵਿੱਚ ਵੀ ਦੁਖੀ ਹੋਏ ਪਏ ਤੇ ਪਰਲੋਕ ਦੇ ਵਿੱਚ ਵੀ ਉਹ ਦੁਖੀ ਹੁੰਦੇ। ਲੋਕ ਪਰਲੋਕ ਦੇ ਵਿੱਚ ਉਹ ਦੁਖੀ ਹੁੰਦੇ ਹਨ। ਨਾਨਕ ਕਿਰਤ ਪੈ ਕਮਾਵਣਾ, ਕੋਈ ਨਾ ਮਿਟਣ ਹਾਰ। ਸਤਿਗੁਰੂ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਇਹੋ ਜਿਹੇ ਲੋਕ ਇਹ ਕੰਮ ਕਿਉਂ ਕਰਦੇ ਨੇ? ਹਟਦੇ ਹੀ ਨਹੀਂ ਨਿੰਦਿਆ ਕਰਨ ਤੋਂ, ਮਾੜਾ ਕਰਨ ਤੋਂ, ਤਾਨਾ ਦੇਣ ਤੋਂ, ਫਿੱਕਾ ਬੋਲਣ ਤੋਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਨਾਨਕ ਕਿਰਤ ਪਿਆ ਕਮਾਵਣਾ, ਉਹਨਾਂ ਦੇ ਮੱਥੇ ਤੇ ਲੇਖ ਹੀ ਰੱਬ ਨੇ ਇਹੋ ਜਿਹਾ ਲਿਖਿਆ, ਕਿਉਂਕਿ ਪਿੱਛੇ ਉਹ ਪਾਪ ਕਰਕੇ ਆਏ ਨਾ। ਉਸ ਪਾਪ ਦਾ ਕਰਮ ਰੱਬ ਨੇ ਮੱਥੇ ਤੇ ਲਿਖਿਆ ਵੀ ਇੱਥੇ ਆ ਕੇ ਵੀ ਤੂੰ ਇਹੋ ਕੁਝ ਹੀ ਕਰਨਾ। ਪਿਛਲੇ ਕਰਮਾਂ ਨੂੰ ਭੁਗਤਾਉਣ ਵਾਸਤੇ ਇੱਥੇ ਮੱਥੇ ਤੇ ਲੇਖ ਲਿਖੇ ਹੋਏ, ਕੋਈ ਨਾ ਮੇਟਣ ਹਾਰ। ਜਿਹੜਾ ਮੱਥੇ ਤੇ ਲੇਖ ਲਿਖਿਆ ਗਿਆ ਉਹਨੂੰ ਮੇਟ ਕੋਈ ਨਹੀਂ ਸਕਦਾ, ਇੱਕ ਪਰਮਾਤਮਾ ਤੋਂ ਬਿਨਾਂ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਅਕਾਲ ਪੁਰਖ ਨੇ ਜਿਹੜਾ ਲੇਖ ਲਿਖਿਆ ਨਾ, ਉਹ ਤਾਂ ਲਿਖਿਆ ਤੂੰ ਪਿਛਲੇ ਜਨਮਾਂ ਵਿੱਚ ਇਹ ਪਾਪ ਕੀਤੇ, ਉਹਨਾਂ ਪਾਪਾਂ ਦੇ ਕਰਕੇ ਤੇਰੇ ਮੱਥੇ ਤੇ ਲੇਖ ਲਿਖਿਆ। ਤੂੰ ਦੁੱਖ ਤੇ ਸੁੱਖ ਭੋਗਦਾ ਪਿਆ, ਕਿਸੇ ਨੂੰ ਫਿੱਕਾ ਬੋਲਦਾ, ਕਿਸੇ ਦਾ ਮਨ ਦਿਖਾਉਂਦਾ, ਕਿਸੇ ਦੀਆਂ ਬਦਦੁਆਵਾਂ ਲੈਂਦਾ। ਕੋਈ ਨਾ ਮੇਟਣ ਹਾਰ, ਉਸ ਲੇਖ ਨੂੰ ਮੇਟ ਕੋਈ ਨਹੀਂ ਸਕਦਾ। ਫਿਰ ਮਹਾਰਾਜ ਕੀ ਕਰੀਏ? ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਸੰਗਤ ਵਿੱਚ ਆਉਂਦਾ ਨਾ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਉਦੋਂ ਆਪਣਾ ਸੀਸ ਥੱਲੇ ਲਾ ਕੇ, ਆਪਣਾ ਮੱਥਾ ਥੱਲੇ ਲਾ ਕੇ ਮੱਥਾ ਟੇਕ। ਸੰਗਤ ਦੇ ਚਰਨਾਂ ਦੀ ਧੂੜੀ ਤੇਰੇ ਮੱਥੇ ਨੂੰ ਲੱਗੇ, ਸੰਗਤਾਂ ਦੇ ਚਰਨਾਂ ਦੀ ਧੂੜੀ ਲੱਗੀ ਹੋਈ ਮੱਥੇ ਨੂੰ ਤੇਰੇ ਲੇਖ ਮੇਟ ਸਕਦੀ ਹੈ। ਇਹਦੇ ਤੋਂ ਬਿਨਾਂ ਤੇਰੇ ਮਾੜੇ ਕਰਮ, ਤੇਰੇ ਮਾੜੇ ਲਿਖੇ ਲੇਖ ਮਿਟਣੇ ਨਹੀਂ, ਕੋਈ ਮੇਟ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਿਆ ਹੋਇਆ ਕਰਮ ਜਿਹੜਾ ਉਹ ਭੁਗਤਣਾ ਪੈਂਦਾ ਹੈ। ਧੰਨ ਧੰਨ ਸਤਿਪੁਰਖ ਸਤਿਗੁਰ ਹਮਾਰਾ, ਜਿਤ ਮਿਲਿਆ ਹਮ ਕੋ ਸ਼ਾਂਤ ਆਈ। ਸਤਿਗੁਰਾਂ ਨੇ ਸਾਨੂੰ ਇਹ ਗੱਲ ਦੱਸੀ ਹੈ, ਗੁਰੂ ਵਿੱਚ ਤੇ ਪਰਮੇਸ਼ਰ ਵਿੱਚ ਫਰਕ ਨਹੀਂ ਹੈ। ਗੁਰ ਪਰਮੇਸ਼ਰ ਇੱਕੋ ਜਾਨ। ਇੱਥੇ ਬਚਨ ਆ ਗਿਆ ਧੰਨ ਧੰਨ ਸਤਿਪੁਰਖ। ਸਤਿਪੁਰਖ ਕਹਿੰਦੇ ਪਰਮਾਤਮਾ ਨੂੰ। ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਸਤਿਪੁਰਖ ਜਿਨ ਜਾਣਿਆ। ਸਤਿਪੁਰਖ ਕੌਣ ਹੈ? ਪਰਮੇਸ਼ਰ। ਇੱਥੇ ਵੀ ਬਚਨ ਆ ਗਿਆ ਧੰਨ ਧੰਨ ਸਤਿਪੁਰਖ। ਜਿਹੜਾ ਸਤਿਪੁਰਖ ਪਰਮੇਸ਼ਰ ਹੈ ਉਹ ਧੰਨ ਧੰਨ ਹੈ। ਅਤੇ ਉਹ ਸਤਿਪੁਰਖ ਪਰਮੇਸ਼ਰ ਦਾ ਰੂਪ ਨੇ ਸਤਿਗੁਰੂ ਜੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਖੁਦ ਪਰਮੇਸ਼ਰ ਨੇ, ਇਹਨਾਂ ਨੂੰ ਕੱਲਾ ਗ੍ਰੰਥ ਨਾ ਜਾਣ ਲੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਖੁਦ ਪਰਮੇਸ਼ਰ ਨੇ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ। ਜਿਹੜੇ ਸਾਡੇ ਸਤਿਗੁਰੂ ਨੇ, ਜਿਨ੍ਹਾਂ ਨੂੰ ਮੱਥਾ ਟੇਕਦਾ ਪਿਆ, ਕੱਲਾ ਗ੍ਰੰਥ ਨਾ ਜਾਣ ਲਵੇ। ਇਹ ਪਰਮੇਸ਼ਰ ਨੇ, ਉਸ ਪਰਮੇਸ਼ਰ ਦਾ ਰੂਪ ਨੇ। ਹਮਕੋ ਜਿਤ ਮਿਲਿਆ ਹਮਕੋ ਸ਼ਾਂਤ ਆਈ। ਜਿਸ ਗੁਰੂ ਨੂੰ ਮਿਲ ਕੇ ਮਨ ਨੂੰ ਸ਼ਾਂਤੀ ਆਉਂਦੀ ਹੈ, ਮਨ ਨੂੰ ਸਕੂਨ ਮਿਲਦਾ। ਗ੍ਰੰਥ ਤੇ ਤੇਰੇ ਘਰ ਵਿੱਚ ਵੀ ਕਈ ਪਏ ਹੋਣਗੇ, ਦੁਨੀਆ ਦੀ ਜਾਣਕਾਰੀ ਵਾਲੇ ਕਿਤਾਬਾਂ ਤੇ ਤੇਰੇ ਘਰ ਵਿੱਚ ਵੀ ਪਈਆਂ ਹੋਣਗੀਆਂ, ਲਾਇਬ੍ਰੇਰੀ ਵਿੱਚ ਬੜਾ ਕੁਝ ਪਿਆ ਹੁੰਦਾ, ਪਰ ਸ਼ਾਂਤੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਆਉਂਦੀ ਹੈ। ਇੱਥੇ ਆ ਕੇ ਮਨ ਸ਼ਾਂਤ ਹੋ ਜਾਂਦਾ, ਮਨ ਨੂੰ ਸਕੂਨ ਮਿਲਦਾ ਤੇ ਸੰਗਤਾਂ ਦਰਸ਼ਨ ਕਰਦੀਆਂ, ਕਿਉਂਕਿ ਇਹ ਖੁਦ ਪਰਮੇਸ਼ਰ ਦਾ ਰੂਪ ਨੇ। ਇਸ ਕਰਕੇ ਐਸੇ ਗੁਰੂ ਨੂੰ ਮਿਲ ਕੇ ਮਨ ਨੂੰ ਸ਼ਾਂਤੀ ਆਉਂਦੀ ਹੈ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤੀ ਪਾਈ। ਸਤਿਗੁਰੂ ਪਾਤਸ਼ਾਹ ਜੀ ਪਰਮੇਸ਼ਰ ਦਾ ਰੂਪ ਨੇ ਤੇ ਗੁਰੂ ਨੂੰ ਮਿਲ ਕੇ ਮਿਲਦਾ ਕੀ ਹੈ? ਜੇ ਹੁਣ ਗੁਰੂ ਪਰਮੇਸ਼ਰ ਹੈ, ਗੁਰੂ ਨੂੰ ਮਿਲਾਂਗੇ ਤੇ ਮਿਲੇਗਾ ਕੀ? ਸਾਨੂੰ ਕੁਝ ਮਿਲਣਾ ਵੀ ਤੇ ਚਾਹੀਦਾ ਹੀ ਹੈ ਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰੂ ਨੂੰ ਮਿਲ ਕੇ ਹਮ ਹਰ ਭਗਤ ਪਾਈ। ਗੁਰੂ ਨੂੰ ਮਿਲ ਕੇ ਭਗਤੀ ਮਿਲਦੀ ਹੈ, ਕਿਉਂਕਿ ਗੁਰੂ ਪਰਮੇਸ਼ਰ ਹੈ। ਤੇ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਜੁੜਾਂਗੇ, ਗੁਰੂ ਦੇ ਨਾਲ ਜੁੜਾਂਗੇ, ਤੇ ਗੁਰੂ ਦੇ ਕੋਲੋਂ ਭਗਤੀ ਮਿਲਦੀ ਹੈ, ਨਾਮ ਮਿਲਦਾ ਹੈ। ਗੁਰੂ ਦੇ ਪਿਆਰਿਆਂ ਦੇ ਕੋਲੋਂ ਨਾਮ ਮਿਲਦਾ, ਭਗਤੀ ਮਿਲਦੀ ਹੈ। ਇਹ ਨਿਸ਼ਾਨੀ ਹੈ ਗੁਰੂ ਦੀ, ਸੱਚੇ ਗੁਰੂ ਦੀ, ਪੂਰੇ ਗੁਰੂ ਦੀ ਨਿਸ਼ਾਨੀ ਇਹ ਹੈ।
ਗੁਰੂ ਨੂੰ ਮਿਲ ਕੇ ਭਗਤੀ ਮਿਲਦੀ ਹੈ, ਨਾਮ ਮਿਲਦਾ, ਨਾਮ ਜਪਣ ਨੂੰ ਜੀ ਕਰਦਾ, ਮਨ ਕਰਦਾ। ਆਪਾਂ ਬੈਠੇ ਆ ਨਾ ਸੰਗਤ ਵਿੱਚ ਆ ਕੇ, ਕਥਾ ਸੁਣਨ ਨੂੰ ਸਾਡਾ ਜੀ ਕਰਦਾ ਪਿਆ, ਕੀਰਤਨ ਸੁਣਨ ਨੂੰ ਸਾਡਾ ਮਨ ਕਰਦਾ ਪਿਆ, ਪਾਠ ਕਰਨ ਨੂੰ ਸਾਡਾ ਇੱਥੇ ਬੈਠ ਕੇ ਮਨ ਕਰਦਾ ਪਿਆ। ਕਿਉਂ? ਕਿਉਂਕਿ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪੂਰਨ ਗੁਰੂ ਪਰਮੇਸ਼ਰ ਦਾ ਰੂਪ ਨੇ। ਇੱਥੇ ਮਿਲ ਕੇ ਇਹਨਾਂ ਨੂੰ ਜੀ ਕਰਦਾ ਭਗਤੀ ਕਰੀਏ, ਜੀ ਕਰਦਾ ਨਾਮ ਜਪੀਏ। ਐਸੇ ਸਤਿਗੁਰੂ ਹਨ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਸਾਡੇ ਸਤਿਗੁਰੂ ਧੰਨ ਧੰਨ ਨੇ। ਕਿਉਂ? ਕਿਉਂਕਿ ਸਤਿਗੁਰੂ ਜੀ ਭਗਤੀ ਦੀ ਦਾਤ ਦੇਣ ਵਾਲੇ ਨੇ। ਭਗਤੀ ਗੁਰੂ ਕੋਲੋਂ ਮਿਲਦੀ ਹੈ, ਬਿਨਾਂ ਗੁਰੂ ਤੋਂ ਭਗਤੀ ਦੀ ਦਾਤ ਕੋਈ ਦੇ ਨਹੀਂ ਸਕਦਾ। ਹਰ ਭਗਤ ਜਿਹੜਾ ਗੁਰੂ ਹਰੀ ਦੀ ਭਗਤੀ ਦੇਵੇ ਕਰਨ ਵਾਸਤੇ, ਐਸੇ ਸਤਿਗੁਰਾਂ ਦੀ ਸੇਵਾ ਕਰਕੇ ਸਾਡੀ ਨਾਮ ਦੇ ਵਿੱਚ ਲਿਵ ਲੱਗ ਗਈ ਹੈ। ਕਈ ਵਾਰੀ ਅਸੀਂ ਆਖਦੇ ਨਾ, ਮੈਂ ਨਿਤਨੇਮ ਕਰਦਾ, ਮੈਂ ਪਾਠ ਕਰਦਾ, ਮੈਂ ਨਾਮ ਜਪਦਾ, ਮੇਰਾ ਲਿਵ ਨਹੀਂ ਲੱਗਦੀ। ਲਿਵ ਤੋਂ ਭਾਵ ਵੀ ਮੇਰਾ ਧਿਆਨ ਨਹੀਂ ਜੁੜਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰੂ ਦੇ ਚਰਨਾਂ ਵਿੱਚ ਆ ਕੇ ਇਹ ਅਰਦਾਸ ਕਰਿਆ ਕਰ, ਮਹਾਰਾਜ ਮੈਂ ਨਿਤਨੇਮ ਕਰਨ ਲੱਗਾ, ਮੇਰਾ ਧਿਆਨ ਜੁੜੇ। ਨਿਤਨੇਮ ਕਰਨ ਤੋਂ ਪਹਿਲਾਂ ਅਰਦਾਸ ਕਰ ਵੀ ਮੈਂ ਨਿਤਨੇਮ ਸ਼ੁਰੂ ਕਰਨ ਲੱਗਾ, ਮੈਂ ਪਾਠ ਸ਼ੁਰੂ ਕਰਨ ਲੱਗਾ, ਮੇਰਾ ਧਿਆਨ ਜੁੜੇ। ਨਿਤਨੇਮ ਕਰਕੇ ਫਿਰ ਅਰਦਾਸ ਕਰ, ਮਹਾਰਾਜ ਹੋਰ ਕਿਰਪਾ ਕਰੋ, ਹਾਲੇ ਪੂਰਾ ਨਹੀਂ ਜੁੜਿਆ, ਹੋਰ ਜੁੜ ਜਾਵੇ। ਜਦੋਂ ਰੋਜ਼ ਅਰਦਾਸ ਕਰੇਗਾ ਨਾ ਗੁਰੂ ਚਰਨਾਂ ਦੇ ਵਿੱਚ ਵੀ ਮੇਰਾ ਮਨ ਜੁੜੇ, ਮੇਰੀ ਲਿਵ ਜੁੜੇ, ਉਦੋਂ ਗੁਰੂ ਤੇਰੇ 'ਤੇ ਕਿਰਪਾ ਕਰੇਗਾ। ਜਦੋਂ ਗੁਰੂ ਦੀ ਆਗਿਆ ਲੈ ਕੇ ਚੱਲੇਗਾ। ਅਸੀਂ ਕਈ ਵਾਰ ਨਿਤਨੇਮ ਸ਼ੁਰੂ ਕਰਨ ਲੱਗੇ ਅਰਦਾਸ ਨਹੀਂ ਕਰਦੇ, ਕਰਕੇ ਕਰੀਦੀ ਹੈ। ਕਾਹਦੀ ਕਰੀਦੀ ਹੈ? ਮੈਨੂੰ ਆਹ ਮਿਲੇ, ਮੈਨੂੰ ਆਹ ਮਿਲੇ, ਮੈਨੂੰ ਆਹ ਮਿਲੇ। ਨਿਤਨੇਮ ਕਰਨ ਤੋਂ ਮਗਰੋਂ ਅਸੀਂ ਦੁਨੀਆ ਦੇ ਪਦਾਰਥਾਂ ਦੀ ਮੰਗਣ ਦੀ ਅਰਦਾਸ ਕਰਦੇ ਹਾਂ। ਪਰ ਨਿਤਨੇਮ ਕਰਨ ਤੋਂ ਪਹਿਲਾਂ ਅਰਦਾਸ ਕਰ ਵੀ ਮੈਂ ਕਰਨ ਲੱਗਾ, ਮਹਾਰਾਜ ਇਹ ਸਮਰੱਥਾ ਦਿਓ ਵੀ ਮੇਰੀ ਲਿਵ ਜੁੜ ਜਾਵੇ, ਧਿਆਨ ਜੁੜ ਜਾਵੇ। ਅਰਦਾਸ ਬਾਅਦ ਵਿੱਚ ਇਹ ਕਰ ਵੀ ਤੁਸੀਂ ਮੈਨੂੰ ਇਹ ਬੰਦਗੀ ਦਿੱਤੀ ਹੈ, ਪਾਠ ਕਰਵਾਇਆ, ਕੱਲ੍ਹ ਨੂੰ ਇਸ ਤੋਂ ਵੀ ਵੱਧ ਮੈਂ ਕਰਾਂ ਔਰ ਮੇਰਾ ਧਿਆਨ ਜੁੜੇ। ਇਹ ਅਰਦਾਸ ਕਰਿਆ ਕਰ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਰ ਨਾਮ ਲਿਵ ਲਾਈ, ਨਾਮ ਦੇ ਵਿੱਚ ਲਿਵ ਲਾ ਦਿੰਦੇ, ਧਿਆਨ ਜੋੜ ਦਿੰਦੇ ਹਨ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮਕੋ ਸਭ ਸਮਦ੍ਰਿਸ਼ਟ ਦਿਖਾਈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਸਾਡੇ ਸਤਿਗੁਰੂ ਇਹੋ ਜਿਹਾ ਗਿਆਨੀ ਨੇ, ਗਿਆਨਵਾਨ ਨੇ, ਇਹੋ ਜਿਹੀ ਬਖਸ਼ਿਸ਼ ਕਰਨ ਵਾਲੇ ਨੇ, ਜਿਹੜੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਵੈਰੀ ਤੇ ਮਿੱਤਰ ਬਰਾਬਰ ਵੇਖਣ ਦੀ ਸਮ ਦ੍ਰਿਸ਼ਟੀ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ। ਅੱਜ ਸਾਡੇ ਮਨ ਵਿੱਚ ਇਹ ਹੈ, ਇਹ ਸਾਡਾ ਵੈਰੀ ਹੈ, ਇਹ ਸਾਡਾ ਦੁਸ਼ਮਣ ਹੈ, ਇਹ ਸਾਡਾ ਮਿੱਤਰ ਹੈ। ਪਰ ਗੁਰੂ ਇਹੋ ਜਿਹੀ ਕਿਰਪਾ ਕਰ ਦਿੰਦਾ ਹੈ, ਸਾਰਿਆਂ ਨੂੰ ਬਰਾਬਰ ਵੇਖਣ ਦੀ ਸਮਰੱਥਾ ਦੇ ਦਿੰਦਾ ਹੈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਭਾਈ ਸਾਹਿਬ ਭਾਈ ਕਨ੍ਹੱਈਆ ਜੀ ਦੀ ਅਵਸਥਾ ਆਪਾਂ ਜਾਣਦੇ ਹਾਂ ਨਾ, ਕਿਹੋ ਜਿਹੀ ਅਵਸਥਾ ਹੈ। ਨਾ ਕੋਈ ਵੈਰੀ, ਨਾ ਕੋਈ ਦੁਸ਼ਮਣ, ਸਾਰਿਆਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਪ੍ਰਾਪਤ ਹੁੰਦੇ। ਪਰ ਇਹ ਦ੍ਰਿਸ਼ਟੀ ਕਿੱਥੋਂ ਮਿਲੀ ਹੈ? ਇਹ ਦ੍ਰਿਸ਼ਟੀ ਮਿਲੀ ਹੈ ਗੁਰੂ ਦੇ ਕੋਲੋਂ। ਗੁਰੂ ਨੇ ਇਹ ਗੱਲ ਸਮਝਾਈ ਹੈ, ਬੰਦਿਆ ਕਿਸੇ ਨਾਲ ਈਰਖਾ ਨਾ ਕਰ, ਕਿਸੇ ਦੇ ਨਾਲ ਝਗੜਾ ਨਾ ਕਰ। ਕਿਉਂ? ਕਿਉਂਕਿ ਉਹ ਪਰਮਾਤਮਾ ਸਾਰਿਆਂ ਵਿੱਚ ਵਸਿਆ ਹੈ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ। ਐਸੇ ਸਾਡੇ ਸਤਿਗੁਰੂ ਮਿੱਤਰ ਹਨ, ਜਿਨ ਵੈਰੀ ਮਿੱਤਰ ਹਮ ਕੋ